Gentlemen, my name is Gary Singh Garewal from Los Angeles, California, representing NRA Press Club and NRA Press News Media called nrapress.com. Welcome to all our guests and participants from Fresno, California, Michigan, Ontario, Canada. Our today's topic is, after the Aam Aadmi Party routed the Congress and Akali Dal in Punjab, now question comes, is Bhagwant Mann doing his job as CM? Who will start that here? Jeevan Gill ji, you continue, that's better. Thank you ji. ਹਾਂਜੀ ਥੈਂਕ ਯੂ ਗੈਰੀ ਜੀ। ਆਪਾਂ ਦੇਖਦੇ ਹੈਗੇ ਆ ਹੁਣ ਰਫਲੀ 3 ਵੀਕ ਤੋਂ ਉੱਤੇ ਹੋ ਗਿਆ ਜਿਹੜੀ ਗਵਰਨਮੈਂਟ ਨੇ ਸਹੁੰ ਚੱਕੀ ਨੂੰ, ਤਾਂ ਉਸ ਦੇ ਨਾਲ ਜਦੋਂ ਵੇਖਦੇ ਹੈਗੇ ਕਈ ਉਹਨੇ ਇਨੀਸ਼ੀਏਟਿਵ ਲਿਆਂਦੇ ਹੈਗੇ ਭਗਵੰਤ ਸਿੰਘ ਮਾਨ ਨੇ, ਜਿਹੜੇ ਕਿ ਯਾਨੀ ਕਿ ਲੱਗਦੇ ਹੈਗੇ ਹਲੇ ਯਾਨੀ ਕਿ ਟੂ अर्ਲੀ ਟੂ ਕੰਪਲੇਨ, ਬਟ ਕਈ ਖਾਮੀਆਂ ਵੀ ਰਹੀਆਂ ਹੈਗੀਆਂ, ਉਹਨਾਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈਗਾ। ਜੇ ਆਪਾਂ ਸ਼ੁਰੂ ਤੋਂ ਉਹਦੇ ਯਾਨੀ ਕਿ ਸਹੁੰ ਚੁੱਕ ਸਮਾਗਮ ਤੋਂ ਲੈ ਲਈਏ ਵੀ ਜਿਹੜਾ ਉਹਨਾਂ ਨੇ ਉੱਥੇ ਪੈਸਾ ਖਰਚਿਆ, ਉੱਥੇ ਕਣਕ ਵੱਢੀ 150 ਏਕੜ, ਉੱਥੇ ਉਹਨੂੰ ਸਿੰਪਲ ਵੀ ਕਰ ਸਕਦੇ ਸੀ ਵੀ ਜੇ ਅਸੀਂ ਆਮ ਆਦਮੀ ਕਹਿੰਦੇ ਹਾਂ ਤਾਂ ਤੁਹਾਨੂੰ ਹਰੇਕ ਚੀਜ਼ ਆਮ ਨੂੰ ਸ਼ੁਰੂ ਕਰਨੀ ਪੈਣੀ ਹੈਗੀ ਹੈ। ਉਸ ਤੋਂ ਵੱਡਾ ਪ੍ਰੋਬਲਮ ਫਿਰ ਪਈ ਹੈਗੀ ਜਦੋਂ ਇਹਨਾਂ ਨੇ ਰਾਜ ਸਭਾ ਦੇ ਮੈਂਬਰ ਚੁਣੇ ਹੈਗੇ ਆ, ਉਹਦੇ 'ਚ ਵੀ ਕਾਫੀ ਇਹਨਾਂ ਨੂੰ ਨਮੋਸ਼ੀ ਲੋਕਾਂ ਦੇ ਤੋਂ ਝੱਲਣੀ ਪਈ ਹੈਗੀ ਆ। ਹੁਣ ਕਈ ਇਨਸੈਂਟਿਵ ਇਹਨਾਂ ਨੇ ਦਿੱਤੇ ਹੈਗੇ ਜਾਂ ਇਹਨਾਂ ਨੇ ਨੰਬਰ ਕੀਤਾ ਸੀਗਾ ਇਸ਼ੂ ਵੀ ਕਰਪਸ਼ਨ ਵਾਸਤੇ, ਉਹਦੇ ਤੇ ਇਹਨਾਂ ਨੂੰ 2.5 ਲੱਖ ਦੇ ਕਰੀਬ ਯਾਨੀ ਕਿ ਇੱਕ ਮੈਸੇਜਸ ਆ ਗਏ ਹੈਗੇ ਆ। ਹਾਊ ਮਚ ਦੇ ਡਨ ਇਟ ਔਨ ਦੈਟ ਜੌਬ ਇਜ਼ ਵੈਰੀ ਲਿਟਲ, ਜਿੰਨਾ ਕੁ ਆਉਂਦਾ ਹੈਗਾ ਹਾਂ ਕਿਤੇ ਕਿਤੇ ਉਹਨਾਂ ਨੇ ਲਿਆ ਹੈਗਾ। ਜੇ ਈਵਨ ਅੱਜ ਦੀ ਨਿਊਜ਼ ਵੇਖਦੇ ਹੈਗੇ ਉੱਥੇ ਉਹਨਾਂ ਦਾ ਮਿਨਿਸਟਰ ਕੋਈ ਪ੍ਰੈਸ ਕਾਨਫਰੰਸ ਕਰ ਰਿਹਾ ਸੀਗਾ, ਉੱਥੇ ਪਿੰਡ ਵਾਲਿਆਂ ਨੇ ਉੱਥੇ ਉਹਨਾਂ ਦੇ ਸ਼ਰੇਆਮ ਸਾਹਮਣੇ ਲਿਆ ਕੇ ਡਰੱਗ ਦਿਖਾਈ ਵੀ ਆਹ ਦੇਖੋ ਜੀ ਵਿਕੀ ਜਾਂਦੀ ਹੈਗੀ ਤੇ ਤੁਸੀਂ ਕੀ ਕਰ ਰਹੇ ਹੈਗੇ ਆ। ਤਾਂ ਉਸ ਦੇ ਨਾਲ ਹੀ ਅੱਜ ਇੱਕ ਹੋਰ ਯਾਨੀ ਕਿ ਜਿਹੜਾ ਕੰਵਰ ਪ੍ਰਤਾਪ ਸਿੰਘ ਹੈਗਾ, ਉਹਨੇ ਇੱਕ ਇਸ਼ੂ ਦੇ ਗੌਰਮੈਂਟ ਦੇ ਵਿੱਚ ਕਿਹਾ ਹੈਗਾ ਵੀ ਜਿਹੜੇ 2 ਨਵੇਂ ਇਹਨਾਂ ਨੇ ਪੁਲਿਸ ਦੇ ਵਿੱਚ ਕੋਈ ਅਪੁਆਇੰਟਮੈਂਟ ਕੀਤੀਆਂ ਹੈਗੀਆਂ, ਉਹਨਾਂ ਨੂੰ ਉਹਨਾਂ ਦੇ ਅਗੇਂਸਟ ਵੀ ਉਹ ਪਹਿਲਾਂ ਦੂਜੀਆਂ ਗੌਰਮੈਂਟਾਂ ਦੇ ਨਾਲ ਹੀ ਕੰਮ ਕਰਦੇ ਰਹੇ ਹੈਗੇ ਆ। ਤੇ ਉਹਦੇ ਤੇ ਫਿਰ ਜਿਹੜਾ ਹੈਗਾ ਉਹਨਾਂ ਦੇ ਲੁਧਿਆਣਾ ਤੋਂ MLA ਹੈ, ਉਹਨੇ ਉਸ ਚੀਜ਼ ਦਾ ਅਪੋਜ਼ ਕੀਤਾ ਹੈਗਾ ਵੀ ਕਈ ਚੀਜ਼ਾਂ ਹੈਗੀਆਂ ਵੀ ਲੱਗਦੀਆਂ ਹੈਗੀਆਂ ਠੀਕ ਹੈਗੀਆਂ, ਕਈ ਚੀਜ਼ਾਂ ਟਾਈਮ ਮੰਗਦੀਆਂ ਹੈਗੀਆਂ ਟੂ ਸੀ ਦੀ ਰਿਜ਼ਲਟ, ਪਰ ਵੀ ਹੈਵ ਟੂ ਸੀ ਵਾਚ ਐਂਡ ਵੇਟ ਐਂਡ ਵਾਚ। ਐਂਡ ਉਹਦੇ ਨਾਲ ਦੀ ਨਾਲ ਹੀ ਸਾਨੂੰ ਵੀ ਜੇ ਹੈਗਾ ਵੀ ਜਿੱਥੇ ਉਹ ਗਲਤ ਕਰ ਰਹੇ ਹੈਗੇ ਆ, ਸਾਡਾ ਫਰਜ਼ ਬਣਦਾ ਹੈਗਾ ਵੀ ਉਸ ਚੀਜ਼ ਨੂੰ ਅਸੀਂ ਹਾਈਲਾਈਟ ਕਰੀਏ ਤਾਂ ਕਿ ਉਹਨਾਂ ਤਾਈਂ ਮੈਸੇਜ ਜਾਵੇ ਵੀ ਭਾਈ ਆਹ ਚੀਜ਼ਾਂ ਜਿਹੜੀਆਂ ਬਾਹਰਲੇ ਬੈਠੇ ਵੀ ਉਸ ਚੀਜ਼ ਨੂੰ ਨਹੀਂ ਲਾਈਕ ਕਰ ਰਹੇ ਹੈਗੇ ਆ, ਜਦੋਂ ਕਿ ਜਿਹੜਾ ਲੋਕਾਂ ਨੇ ਤੁਹਾਨੂੰ ਫਤਵਾ ਦਿੱਤਾ ਹੈਗਾ ਤਾਂ ਉਹ ਆਲਟਰਨੇਟਿਵ ਬਦਲ ਦਾ ਫਤਵਾ ਦਿੱਤਾ ਸੀ, ਉਹਦੇ ਨਾਲ ਦੀ ਨਾਲ ਉਹ ਚਾਹੁੰਦੇ ਹੈਗੇ ਆ ਵੀ ਉਹ ਚੀਜ਼ਾਂ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਨਹੀਂ ਕੀਤੀਆਂ ਇਹ ਉਸ ਚੀਜ਼ ਤੇ ਹੱਲ ਕਰਨ। ਤੇ ਆਮ ਨਾਗਰਿਕ ਵਾਂਗੂ ਜਿੱਥੇ ਪਾਰਟੀ ਦਾ ਨਾਂ ਰੱਖਿਆ ਹੈਗਾ ਉਵੇਂ ਹੀ ਉਹ ਸਾਰਿਆਂ ਦੇ ਕੰਮ ਹੋਣ ਤੇ ਉਸ ਦੇ ਨਾਲ ਦੀ ਨਾਲ ਹੀ ਉਹਨਾਂ ਦਾ ਸਾਰਿਆਂ ਦਾ ਯਾਨੀ ਕਿ ਜਿਹੜੇ ਵੀ ਕੋਈ ਇਨਸੈਂਟਿਵ ਦੇਣੇ ਹੈਗੇ ਆ ਜਾਂ ਕੋਈ ਵੀ ਆ। ਹਾਲੇ ਬਿਜਲੀ ਦਾ ਵੀ ਇਸ਼ੂ ਹਾਲੇ ਸਟਿਲ ਪੈਂਡਿੰਗ ਹੈਗਾ, ਜਿਹੜਾ $1000 ਵਾਲਾ ਹੈ 1000 ਰੁਪੀਜ਼ ਵਾਲਾ ਹੈਗਾ ਉਹ ਵੀ ਪੈਂਡਿੰਗ ਹੈਗਾ। ਕਈ ਚੀਜ਼ਾਂ ਹੈਗੀਆਂ ਪੈਂਡਿੰਗ ਹੈ, ਪਰ ਇਹ ਕਈ ਚੀਜ਼ਾਂ ਸਾਨੂੰ ਵੇਟ ਵੀ ਕਰਨੀ ਪੈਣੀ ਹੈਗੀ ਆ। This is what my says about that. They are doing a good job, but still need to be do more improvements. Beautiful. Thank you ji. Pashawara Singh ji, ਢਿੱਲੋਂ ਸਾਹਿਬ। ਮੈਂ ਬਿਲਕੁਲ ਜੀਵਨ ਉਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਵੇਖੋ ਚੇਤਨਾ ਦੇ ਨਾਲ ਬਦਲਾਅ ਦੀ ਗੱਲ ਆਪਾਂ ਅਕਸਰ ਇਸ ਪਲੇਟਫਾਰਮ ਤੋਂ ਕਰਦੇ ਰਹੇ ਹਾਂ ਤੇ ਕਰਦੇ ਆ ਰਹੇ ਹਾਂ ਔਰ ਕਰਦੇ ਵੀ ਰਵਾਂਗੇ, ਕਿਉਂਕਿ ਚੇਤਨਾ ਦੇ ਜਾਗਣ ਜਾਂ ਸੌਣ ਨਾਲ ਹੀ ਜਿਹੜੀ ਹਵਾ ਚੱਲਦੀ ਹੈ ਬਦਲਦੀ ਹੈ ਉਹ ਹੀ ਸਾਡੇ ਲਈ ਨਿਜ਼ਾਮ ਪੈਦਾ ਕਰਦੀ ਹੈ। ਤੇ ਮੈਂ ਇਹਨੂੰ 2 ਹਿੱਸਿਆਂ ਵਿੱਚ ਵੇਖਦਾ ਕਿ ਇਹਦੇ ਬਾਰੇ ਕਦੀ ਫਿਰ ਆਪਾਂ ਵਿਸਥਾਰ ਨਾਲ ਕਰਾਂਗੇ ਕਿ ਇਹ ਚੇਤਨਾ ਕਿੱਥੋਂ ਚੱਲੀ ਤੇ ਕਿੱਧਰ ਨੂੰ ਗਈ, ਪਰ ਆਪਾਂ ਇੱਥੋਂ ਇਹ ਗੱਲ ਕਰਦੇ ਹਾਂ ਕਿ ਇਹ ਜਦੋਂ ਹੁਣ ਇਹ ਚੇਤਨਾ ਜਿਹੜੀਆਂ ਇਹ 2 ਪੱਖਾਂ ਤੋਂ ਇਹਨੇ ਕੰਮ ਕਰਨਾ ਸੀ, ਇੱਕ ਤਾਂ ਲੋਕਾਂ ਵੱਲੋਂ ਤੇ ਇੱਕ ਲੋਕਾਂ ਦੇ ਚੁਣੇ ਨੁਮਾਇੰਦਿਆਂ ਵੱਲੋਂ।
ਲੋਕਾਂ ਨੇ ਆਪਣਾ ਪਾਰਟ ਜਿਹੜਾ ਉਹ ਪੂਰਾ ਪਲੇ ਕਰ ਦਿੱਤਾ। ਜਿਸ ਤਰ੍ਹਾਂ ਉਹਨਾਂ ਨੇ 92 ਸੀਟਾਂ 117 ਚ ਚੁਣ ਕੇ ਇਹਨਾਂ ਨੂੰ, ਉਹਨਾਂ ਨੇ ਆਪਣੀ ਜਾਗੀ ਚੇਤਨਾ ਦਾ ਸਬੂਤ 100% ਜਿਹੜਾ ਉਹ ਹਾਜ਼ਰ ਕਰ ਦਿੱਤਾ। ਹੁਣ ਜਿਹੜਾ ਪੱਖ ਜਿਹੜੇ ਇਹ ਚੁਣੀ ਸਰਕਾਰ ਆ, ਇਹਨਾਂ ਨੇ ਜਿਹੜਾ ਕਰਨਾ ਤੇ ਜਿਹੜਾ ਇਹ ਵਾਅਦਾ ਕਰਕੇ ਆਏ ਤੇ ਜਿਸ ਕਰਕੇ ਇਹਨਾਂ ਨੂੰ ਮੈਂਡੇਟ ਮਿਲਿਆ, ਉਹਦੇ ਲਈ ਆਪਾਂ ਨੂੰ ਵੇਟ ਕਰਨਾ ਪਏਗਾ। ਐਂਡ ਆਈ ਥਿੰਕ ਇਟ ਇਜ਼ ਓਨਲੀ ਫੇਅਰ ਕਿ ਉਹਨਾਂ ਨੂੰ ਉਹ ਟਾਈਮ ਜਿਹੜਾ ਜਿੰਨਾ ਚਾਹੀਦਾ ਉਹ ਦਿੱਤਾ ਜਾਏ, ਕਿਉਂਕਿ ਉਹਨਾਂ ਨੂੰ ਜਿਹੜਾ ਪਲੇਟਫਾਰਮ ਮਿਲਿਆ ਨਾ, ਜਿੱਥੇ ਉਹਨਾਂ ਨੂੰ ਛੱਡਿਆ ਗਿਆ ਲਿਆ ਕੇ, ਜਿੱਥੇ ਉਹਨਾਂ ਨੇ ਬਦਲਾਅ ਕਰਨਾ ਹੈ, ਬਦਲਾਅ ਦੀ ਸ਼ੁਰੂਆਤ ਉਹਨਾਂ ਨੇ ਜਿੱਥੋਂ ਕਰਨੀ ਆ, ਉਹ ਵੀ ਬੜਾ ਬਿਸਮਿਲ ਆ ਔਰ ਬੜਾ ਉਹ ਡੂੰਘੇ ਉਹ ਖਾਤੇ ਵਿੱਚ ਪਿਆ ਸੀ ਜਿੱਥੋਂ ਉਹਨਾਂ ਨੇ ਚੁੱਕ ਕੇ ਉਹਨੂੰ ਲਿਆਉਣਾ। ਸੋ ਜਿਹੜਾ 3 ਮਹੀਨੇ ਦਾ ਟਾਈਮ ਮੰਗ ਰਹੇ ਆ, I think it is only fair to give it to them। ਤੇ 3 ਮਹੀਨਿਆਂ ਦੇ ਵਿੱਚ ਵੀ ਜੋ ਸਾਰੀਆਂ ਪਾਲਿਸੀ ਜਿਨ੍ਹਾਂ ਦੇ ਉਹਨਾਂ ਨੇ ਮੇਨ ਗਰੰਟੀਆਂ ਕੀਤੀਆਂ ਨੇ ਵਰਬਲੀ, ਜਿਸ ਤਰ੍ਹਾਂ ਸਾਰੀਆਂ 5-7 ਗੱਲਾਂ ਉਹਨਾਂ ਨੇ ਕੀਤੀਆਂ, ਉਹਦੇ ਵਾਸਤੇ ਇਨਫਰਾਸਟ੍ਰਕਚਰ ਦੀ ਲੋੜ ਆ, ਉਹਦੇ ਵਾਸਤੇ ਪਾਲਿਸੀ ਬਣਾਉਣ ਦੀ ਲੋੜ ਆ। ਉਸ ਸਹੁੰ ਚੁੱਕਣ ਦੇ ਨਾਲ ਤੇ ਪਾਲਿਸੀ ਨਹੀਂ ਨਾ ਬਣ ਜਾਂਦੀ, ਉਹਦੇ ਵਾਸਤੇ ਤਾਂ ਟਾਈਮ ਲੱਗਦਾ ਹੈ। ਤੇ ਉਹ ਉਹਨਾਂ ਨੇ ਟਾਈਮ ਮੰਗਿਆ 3 ਮਹੀਨੇ। ਉਹ 3 ਮਹੀਨੇ ਦਾ ਟਾਈਮ ਜਿਹੜਾ ਉਹਨਾਂ ਨੂੰ ਉਹ ਦੇਣਾ ਬਣਦਾ। ਉਸ ਤੋਂ ਬਾਅਦ ਜਿਹੜਾ ਹੁਣ ਮੋਸਟ ਪ੍ਰੋਬੇਬਲੀ the good thing is ਵੀ ਚਲੋ ਆਪੋਜੀਸ਼ਨ ਜਿਸ ਤਰ੍ਹਾਂ ਵੀ ਹੈਗੀ, ਆਪਾਂ ਉਸ ਪਾਸੇ ਨਾ ਜਾਈਏ ਵੀ ਕਾਂਗਰਸ ਦੇ ਵਿੱਚ ਕੀ ਉਹਨਾਂ ਦਾ ਆਪਣਾ ਅੰਦਰੂਨੀ ਮਸਲਾ, ਪਰ ਉਹ ਇਸ ਵੇਲੇ ਟੀਮ ਉਹਨਾਂ ਦੀ ਤਿਆਰ ਹੋ ਗਈ ਹੈ ਤੇ ਹੁਣ ਉਹ ਆਪੋਜੀਸ਼ਨ ਵੀ ਕਾਇਮ ਆ ਔਰ ਸਰਕਾਰ ਵੀ ਆਪਣੀ ਥਾਂ ਤੇ ਬਹਿ ਜਾਏਗੀ। ਤੇ ਲੈਟ ਅਸ ਸੀ ਕਿ 3 ਮਹੀਨਿਆਂ ਦੇ ਵਿੱਚ ਉਹ ਗੱਲ ਕਿੱਧਰ ਨੂੰ ਜਾਂਦੀ ਹੈ, ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ। ਪਰ ਜਿਹੜੀਆਂ ਜੀਵਨ ਉਹਨਾਂ ਨੇ ਆਖੀਆਂ ਨੇ, ਉਹਦੇ ਚ ਸਟਾਰਟਿੰਗ ਦੇ ਵਿੱਚ ਜਿਹੜੀਆਂ ਕੁਝ ਗਲਤੀਆਂ ਹੋਈਆਂ ਉਹ ਅਵੋਇਡ ਕੀਤੀਆਂ ਜਾ ਸਕਦੀਆਂ ਸੀ। ਔਰ ਹੁਣ ਜਿਹੜੀਆਂ 2 ਵੱਡੀਆਂ ਨਿਯੁਕਤੀਆਂ ਬਾਰੇ ਪੁਲਿਸ ਦੀਆਂ ਬਾਰੇ ਜਿਹੜੀ ਕੰਟਰੋਵਰਸੀ ਸ਼ੁਰੂ ਹੋਈ ਆ, ਉਹ ਮੈਨੂੰ ਇਟ ਰਿਮਾਈਂਡਸ ਮੀ ਉਹ ਨਵਜੋਤ ਸਿੱਧੂ ਵਾਲਾ ਸਿਲਸਿਲਾ ਜਿਹੜਾ, ਜਿਸ ਤਰ੍ਹਾਂ ਉਹਨਾਂ ਨੇ ਤੇ ਉਦੋਂ ਰਿਜ਼ਾਈਨ ਹੀ ਕਰ ਦਿੱਤਾ ਸੀ ਵੀ ਮੈਂ ਤੇ ਜੇ ਇਹਨਾਂ ਬੰਦਿਆਂ ਨੂੰ ਤੁਸੀਂ ਰੱਖਣਾ ਤੇ ਆਈ ਐਮ ਆਊਟ। ਤੇ ਆਪਣਾ ਉਹਨਾਂ ਨੇ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਕੰਵਰ ਉਹਨਾਂ ਨੇ ਰਿਜ਼ਾਈਨ ਤੇ ਨਹੀਂ ਕੀਤਾ, ਪਰ ਇਸ਼ੂ ਉਹਨਾਂ ਨੇ ਉਹੋ ਹੀ ਉਠਾਇਆ। ਤੇ ਇਹ ਗੱਲਾਂ ਜਿਹੜੀਆਂ ਇਹ ਅਵੋਇਡ ਕੀਤੀਆਂ ਜਾ ਸਕਦੀਆਂ। ਓਕੇ ਜੀ, ਥੈਂਕ ਯੂ ਜੀ। ਵਿਜੇ ਪ੍ਰਤਾਪ ਸਿੰਘ ਨਾਲ ਮੇਰੀ ਵੀ ਗੱਲਬਾਤ ਹੋਈ ਸੀ ਥੋੜੀ ਸੀ, ਪਰ ਡਿਟੇਲ ਚ ਨਹੀਂ ਹੋ ਸਕੀ ਦੈਟ ਟਾਈਮ। ਓਕੇ ਜੀ, ਆਪਣੇ ਗੁਪਤਾ ਸਾਹਿਬ ਜੀ, ਪ੍ਰੋਫੈਸਰ ਗੁਪਤਾ ਸਾਹਿਬ, ਮਿਚੀਗਨ। ਮੈਂ ਉਹ ਇਹ ਕਹਿਣਾ ਚਾਹੁੰਦਾ ਕਿ ਅਜੇ ਟੂ अर्ਲੀ ਟੂ ਜੱਜ ਐਨੀਥਿੰਗ, ਕਿਉਂਕਿ ਦੇਖੋ ਜਿਹੜੇ ਕੋਈ ਵੀ ਰੈਵਨਿਊ ਦੇ ਮਾਡਲ ਬਣਨੇ ਨਾ, ਦੇਖੋ ਮੈਂ ਸਮਝਦਾ ਵੀ ਕ੍ਰਾਈਸਿਸ ਨਾ ਇਕਨੋਮੀ ਦਾ ਬਹੁਤ ਤਗੜਾ ਹੈ। श्रीलंका एमरजेंसी लग गई, उधर पाकिस्तान सरकार बदल गई, इंडिया इज ए पार्ट, पंजाब इज ए पार्ट ऑफ इंडिया। सिंपल फॉर्मूलेशन नहीं है लाइफ दियाँ, क्योंकि रेवेन्यू तो बिना ना कोई स्टेट चल सकती है, ना घर चल सकता है, ना शहर चल सकता है। रेवेन्यू मॉडल तो हुण उहदे देखो एग्रीमेंट होंदे ने, जिद्दां बिजली कंपनियां नाल एग्रीमेंट है, तुसीं एग्रीमेंटां दी कोर्टां भी बैठियां होंदियां ना। फिर इस करके टाइम फैक्टर देखो मिनीमम 6 मंथ। जिदा हुण पंजाब च कॉरपोरेशन है, सैंड माइन कॉरपोरेशन बनेगी। मैं दसदा भी जिहड़ा उत्थे माइन का क्या सिस्टम है, माइन की जिहड़ी ऑक्शन होंदी है ना पंजाब के अंदर या हरियाणे च या एनीवेयर, ਉਹਦੇ ਚ ਜਿਹੜੇ ਠੇਕੇਦਾਰ ਹੈ ਨਾ ਮਾਈਨ ਵਾਲੇ, ਉਹ ਪੂਲ ਕਰ ਲੈਂਦੇ ਨੇ। 20 ਬੰਦੇ ਰਲ ਜਾਂਦੇ ਨੇ, 5-5 ਪੈਸੇ। ਮੇਰੇ ਕਜ਼ਨ, ਰੀਅਲ ਕਜ਼ਨ ਆ, ਉਹ ਮਾਈਨਾਂ 'ਚ ਕੰਮ ਕਰਦੇ ਨੇ, ਮੈਨੂੰ ਸਾਰਾ ਅੰਦਰ ਕਰਦੇ। ਕਿਉਂਕਿ ਜਦ ਤੱਕ ਤੁਸੀਂ ਡੀਪਲੀ ਜਿਹੜਾ ਪ੍ਰੋਸੈਸ ਹੈ ਨਾ ਉਹਨੂੰ ਨਹੀਂ ਸਮਝੋਗੇ, ਉਹਦਾ ਸੋਲੂਸ਼ਨ ਨਹੀਂ ਕੱਢ ਸਕਦੇ। ਉਹ ਪੂਲ ਕਰ ਲੈਂਦੇ ਨੇ। ਜਦ ਬੋਲੀ ਹੁੰਦੀ ਹੈ ਵੀ ਭਾਈ ਇਹ ਮਾਈਨ ਜਿਹੜੀ ਹੈ 50 ਕਰੋੜ ਦੀ ਵਿਕੇਗੀ, ਮਾਲ ਤਾਂ ਉੱਥੇ 2000 ਕਰੋੜ ਦਾ ਹੈ, 500 ਕਰੋੜ ਦਾ ਹੈ। ਉਹ ਫਿਰ ਪੂਲਿੰਗ ਨਾਲ ਕੀ ਹੁੰਦਾ, ਤੁਹਾਡੇ ਕੋਲ ਆਲਟਰਨੇਟਿਵ ਕੋਈ ਬੰਦਾ ਆਂਦਾ ਹੀ ਨਹੀਂ। ਸਾਰੇ ਠੇਕੇ ਵਾਲ ਮਿਲ ਕੇ ਕਿਸੇ ਦਾ 2 ਪੈਸੇ ਸ਼ੇਅਰ ਹੈ, ਕਿਸੇ ਦਾ 5 ਪੈਸੇ ਸ਼ੇਅਰ ਹੈ, ਕਿਸੇ ਦਾ 10 ਪੈਸੇ ਹੈ। ਉਹ ਬੰਦਾ ਹੀ ਨਹੀਂ ਆਇਆ। ਸਰਕਾਰ ਕੋਲ ਆਲਟਰਨੇਟਿਵ ਕੀ ਹੈ, ਉਹਨਾਂ ਨੂੰ ਮਾਈਨ ਦੀ ਕੁਐਰੀ ਦਾ ਠੇਕਾ ਦੇ ਦਿੰਦੇ ਨੇ, ਉਹ ਫਿਰ ਉੱਥੋਂ ਮਾਈਨਿੰਗ ਚੱਲਦੀ ਹੈ। ਸੋ ਜੇ ਸਰਕਾਰ, ਦੇਖੋ ਇੰਡੀਆ ਦੇ ਅੰਦਰ ਕੀ ਹੈ ਵੀ ਤੁਸੀਂ ਸਰਕਾਰ ਨੂੰ ਵੀ ਇਹ ਕਾਰਪੋਰੇਸ਼ਨ ਬਣਾਓਗੇ ਨਾ, ਬਹੁਤ ਤਕੜੀਆਂ ਡਿਫਿਕਲਟੀਜ਼। ਅਮਲਾ ਤਾਂ ਉਹੀ ਬੈਠਾ ਨਾ, ਚਾਹੇ ਸਰਕਾਰ ਕਾਰਪੋਰੇਸ਼ਨ ਵੀ ਬੁਲਾ ਰਹੇ, ਪਰ ਅੱਗੇ ਉਹਦੀ ਓਨੈਸਟ ਇੰਪਲੀਮੈਂਟੇਸ਼ਨ ਰੈਵਨਿਊ ਦੀ ਕਿੱਦਾਂ ਹੋਏਗੀ, ਬੜਾ ਵੱਡਾ ਇਸ਼ੂ ਹੈ ਪੰਜਾਬ ਦੇ ਅੰਦਰ। ਸੈਕਿੰਡ ਹੈ ਕਾਰਪੋਰੇਸ਼ਨ ਸ਼ਰਾਬ ਦੀ। ਜਿੱਦਾਂ ਹੁਣ USA ਜਿਹੜਾ ਮੇਰੀ ਅੰਡਰਸਟੈਂਡਿੰਗ ਹੈ ਵੀ ਇੱਥੇ ਜਿਹੜਾ ਸ਼ਰਾਬ ਹੈ ਇਹ ਕਾਫੀ ਵੱਡਾ ਸੋਰਸ ਹੈ ਸਟੇਟਾਂ ਦੇ ਰੈਵਨਿਊ ਦਾ। ਮੇਰੇ ਖਿਆਲ ਮਿਸ਼ੀਗਨ 'ਚ 34% ਰੈਵਨਿਊ ਸਟੇਟ ਦਾ ਸ਼ਰਾਬ ਤੋਂ ਹੈ। ਔਰ ਸ਼ਰਾਬ ਦਾ USA 'ਚ ਵੀ ਆਈ ਡੋਂਟ ਨੋ ਐਗਜ਼ੈਕਟਲੀ। ਪੰਜਾਬ ਦਾ ਉਹ ਕਰੂਗਾ, ਕਦੋਂ ਸਟਾਰਟ ਕਰੇਗਾ? ਇੱਕ ਮਿੰਟ,
ਜਿਹੜਾ ਸ਼ਰਾਬ ਦਾ ਰੈਵਨਿਊ ਹੈ ਨਾ, ਇਹ ਬਹੁਤ ਤਕੜਾ ਰੈਵਨਿਊ ਹੈ ਪੰਜਾਬ 'ਚ ਵੀ, ਇਫ ਯੂ ਕੈਨ ਇੰਪਲੀਮੈਂਟ ਪ੍ਰੋਪਰਲੀ। ਸੋ ਮੇਜਰ 2 ਰੈਵਨਿਊ ਸੋਰਸ ਹੈ ਪੰਜਾਬ ਦੇ ਅੰਦਰ, ਮਾਈਨਿੰਗ ਐਂਡ ਸ਼ਰਾਬ। ਥਰਡ ਜਿਹੜਾ ਰੈਵਨਿਊ ਸੋਰਸ ਹੈ ਨਾ, ਜਿੱਦਾਂ ਹੁਣ ਕਹਿ ਦੋ ਵੀ ਤੁਹਾਡਾ ਇਹ ਟਰਾਂਸਪੋਰਟ ਸਿਸਟਮ ਹੈ। ਟਰਾਂਸਪੋਰਟ ਸਿਸਟਮ 'ਚ ਕੀ ਹੁੰਦਾ, ਤੁਹਾਨੂੰ ਬੱਸਾਂ ਦੇ ਕਿਰਾਏ ਤੁਸੀਂ ਜ਼ਿਆਦਾ ਬਹੁਤ ਨਹੀਂ ਵਧਾ ਸਕਦੇ, ਪਬਲਿਕ ਦਾ ਪ੍ਰੈਸ਼ਰ ਹੈ, ਪੈਟਰੋਲ ਪ੍ਰਾਈਸ ਵੱਧ ਗਿਆ, ਥੋੜਾ ਪ੍ਰੈਸ਼ਰ ਪੈਣਾ, ਉਹਦੇ 'ਚੋਂ ਇੰਨਾ ਰੈਵਨਿਊ ਦਾ ਸਕੋਪ ਨਹੀਂ ਹੁੰਦਾ। ਤੁਸੀਂ ਬੈਟਰ ਕਰ ਸਕਦੇ ਹੋ ਕਿ ਜਿੱਦਾਂ ਹੁਣ ਤੁਸੀਂ ਸਰਕਾਰ ਦੀ ਬੱਸਾਂ ਚੱਲ ਰਹੀਆਂ, ਉਹਦੇ 'ਚ ਆਪਾਂ ਫੈਕਟਸ ਡਿਟੇਲ ਸਮਝ ਲਓ। ਥਰਡ ਜਿਹੜਾ ਸੋਰਸ ਕਾਫੀ ਵੱਡਾ ਹੈਗਾ ਪੰਜਾਬ ਦੇ ਅੰਦਰ, ਉਹ ਹੈਗਾ ਰਜਿਸਟ੍ਰੇਸ਼ਨ, ਜਿਹੜੀ ਪ੍ਰੋਪਰਟੀ ਟੈਕਸ, ਜਿਹੜਾ ਤੁਸੀਂ ਪ੍ਰੋਪਰਟੀ ਤੋਂ ਰੈਵਨਿਊ ਇਕੱਠਾ ਕਰਦੇ ਹੋ, 7% ਸਟੈਂਪ ਡਿਊਟੀ ਹੁੰਦੀ ਹੈ, ਉਹਦਾ ਤੁਸੀਂ ਰੈਵਨਿਊ ਦੀ ਲੀਕੇਜ ਹੈ। ਲੀਕੇਜ ਇਨ ਦੀ ਸੈਂਸ ਹੈ ਕਿ ਪੰਜਾਬ ਦੇ ਅੰਦਰ ਜੇ ਤੁਸੀਂ ਕੋਈ ਮੰਨ ਲਓ ਲੈਂਡ $1 ਮਿਲੀਅਨ ਦੀ ਹੈ, ਤੁਸੀਂ ਉਹ $1 ਮਿਲੀਅਨ ਦੀ ਸਟੈਂਪ ਡਿਊਟੀ 7% ਹੈ ਪੰਜਾਬ, ਜਿੱਦਾਂ ਅੱਜ ਕੱਲ੍ਹ ਹੈ, ਵੀਮੈਨ ਨੂੰ 5% ਹੈ। ਅੱਛਾ, ਕਈ ਇੱਦਾਂ ਦੀ ਚੀਜ਼ਾਂ ਚੱਲ ਰਹੀਆਂ, ਉਹਦੇ ਵਿੱਚ ਰੈਵਨਿਊ ਨੂੰ ਤੁਸੀਂ ਜੇ 1000 ਕਰੋੜ ਹੈ, 2500 ਕਰੋੜ ਹੀ ਕਰ ਸਕਦੇ ਹੋ, ਉਹਦਾ 2 ਟਾਈਮਸ ਮੈਕਸਿਮਮ, ਥੋੜਾ ਫਰਕ। ਹਾਂਜੀ, ਜਿਹੜਾ ਫੋਰਥ ਜਿਹੜਾ ਪੰਜਾਬ ਦਾ ਸਰਕਾਰ ਦਾ ਸਭ ਤੋਂ ਵੱਡਾ ਰੈਵਨਿਊ ਆਪਾਂ ਨੂੰ ਸਮਝਣਾ ਚਾਹੀਦਾ ਕੀ ਹੈ, ਲੈਂਡ ਪੂਲਿੰਗ ਸਿਸਟਮ ਹੈ। ਪੰਜਾਬ 'ਚ ਕੀ ਹੈ ਕਿ ਸਰਕਾਰ, ਜਿੱਦਾਂ ਹੁਣ ਸਰਕਾਰ ਨੇ ਚੰਡੀਗੜ੍ਹ ਦੇ ਸਾਰੇ ਏਰੀਏ 'ਚ ਨਾ ਜ਼ਮੀਨਾਂ ਅਕਵਾਇਰ ਕਰ ਲਈਆਂ। ਜ਼ਮੀਨ ਅਕਵਾਇਰ 'ਚ ਕੀ ਹੁੰਦਾ ਕਿ ਜ਼ਮੀਨ ਸਰਕਾਰ ਨੇ ਕਿਹਾ ਵੀ ਸਾਨੂੰ ਦੇ ਦਿਓ, ਉਹਦੇ 2 ਆਪਸ਼ਨ ਦਿੰਦੇ ਨੇ, 2 ਆਪਸ਼ਨ। ਇੱਕ ਆਪਸ਼ਨ ਹੈ ਵੀ ਅਸੀਂ ਤੁਹਾਨੂੰ 4 ਕਰੋੜ ਰੁਪਏ ਦੇਵਾਂਗੇ ਪਰ ਏਕੜ, ਕਿ ਤੁਸੀਂ ਸਾਨੂੰ ਜ਼ਮੀਨ ਦੇ ਦਿਓ, ਅਸੀਂ ਡਿਵੈਲਪ ਕਰਾਂਗੇ ਏਰੀਆ, 4 ਕਰੋੜ ਰੁਪਏ 1 ਏਕੜ ਦਾ। 1 ਏਕੜ ਮੀਨਸ 4000 ਸਕੁਅਰ ਯਾਰਡ। ਹੁਣ ਸਰਕਾਰ ਨੇ ਕੀ ਕੀਤਾ ਕੁਝ ਟਾਈਮ ਤੋਂ, ਮੈਂ ਤੁਹਾਨੂੰ ਪ੍ਰੈਕਟੀਕਲ ਗੱਲ ਦੱਸ ਰਿਹਾ, ਸਰਕਾਰ ਕਹਿੰਦੀ ਵੀ ਅਸੀਂ ਕੈਸ਼ ਨਹੀਂ ਦੇਣਾ ਤੁਹਾਨੂੰ, ਅਸੀਂ ਤੁਹਾਨੂੰ ਇੱਕ ਰੈਜ਼ੀਡੈਂਸ਼ੀਅਲ ਪਲਾਟ ਦੇਣਾ ਜਿਹਦਾ ਏਰੀਆ 500 ਸਕੁਅਰ ਯਾਰਡ ਹੋਏਗਾ ਜਾਂ 1000 ਸਕੁਅਰ ਯਾਰਡ ਹੋਏਗਾ, ਔਰ ਇਨ ਐਡੀਸ਼ਨ ਇੱਕ ਦੁਕਾਨ ਦੇਣੀ ਹੈ ਜਿਹਦਾ ਏਰੀਆ 20 ਸਕੁਅਰ ਯਾਰਡ ਹੋਗਾ। ਦਿਸ ਇਜ਼ ਦਾ ਲੈਂਡ ਪੂਲਿੰਗ ਸਿਸਟਮ ਇਨ ਪੰਜਾਬ ਕਰੰਟ ਗੋਇੰਗ ਔਨ। ਗੁਪਤਾ ਸਾਹਿਬ ਆਪ ਸੁਣਾਏਗਾ। ਥੈਂਕ ਯੂ ਚੀਮਾ ਸਾਹਿਬ ਜੀ, ਲਾਹੌਰ ਸਾਹਿਬ। ਹਾਂਜੀ ਸਰ ਜੀ, ਦੇਖੋ ਆਪਾਂ ਭਗਵੰਤ ਮਾਨ ਦੀ ਗੱਲ ਕਰ ਰਹੇ ਹੈਗੇ ਆ ਕਿ ਨੈਚੁਰਲੀ ਚੇਂਜ ਹੋਈ ਹੈ, ਆਪ ਆਦਮੀ ਪਾਰਟੀ ਦੀ ਸਰਕਾਰ ਆਈ ਹੈਗੀ ਹੈ। ਜਿੱਥੋਂ ਤੱਕ ਭਗਵੰਤ ਮਾਨ ਦਾ ਸਵਾਲ ਹੈ, ਉੱਤੇ ਕੋਈ ਸ਼ੱਕ ਨਹੀਂ, ਹੀ ਸਿੰਸੀਅਰ, ਉਹ ਪੂਰਾ ਡੈਡੀਕੇਟਡ ਹੈ, ਕੰਮ ਕਰੇਗਾ। ਜੇ ਆਪਾਂ ਦੇਖੀਏ ਉਹਦਾ ਚਿਹਰਾ ਵੀ ਅੱਜ ਕੱਲ੍ਹ ਦੇਖੀਏ ਤੇ ਪਹਿਲਾਂ CM ਬਣਨ ਤੋਂ ਪਹਿਲਾਂ ਚਿਹਰੇ ਜ਼ਮੀਨ ਅਸਮਾਨ ਦਾ ਫਰਕ ਹੈ, ਬਹੁਤ ਗੰਭੀਰ ਬਣਿਆ, ਉਹਦੀ ਰੌਣਕ ਜੀ ਚਿਹਰੇ ਤੋਂ ਖਤਮ ਹੋਈ ਹੋਈ ਹੈ। ਇਹ ਸ਼ੋਅ ਕਰਦਾ ਹੈ ਕਿ ਉਹ ਆਪਣੇ ਕੰਮ ਪ੍ਰਤੀ ਕਮਿਟਡ ਹੈ, ਜੋ ਉਹਨੇ ਕਿਹਾ ਸੀ ਜੋ ਕਰਨਾ, ਜਾਂ ਉਹਦੇ ਜੋ ਮਨ ਦੇ ਵਲਵਲੇ ਸੀ ਉਸ ਪਾਸੇ ਉਹ ਕਮਿਟਡ ਹੈ। ਪਰ ਗੱਲ ਉਹ ਹੈ, ਜਿਵੇਂ ਜੀਵਨ ਜੀ ਨੇ ਕਿਹਾ, ਪਿਸ਼ੌਰਾ ਜੀ ਨੇ ਕਿਹਾ ਕਿ 6 ਮਹੀਨੇ 3 ਮਹੀਨੇ ਕਹਿੰਦੇ, ਮੈਂ ਕਹਿੰਦਾ 6 ਮਹੀਨੇ ਦਾ ਟਾਈਮ ਚਾਹੀਦਾ, ਕਿਉਂਕਿ ਜਿਸ ਤਰੀਕੇ ਦੀ ਮੈਸ ਆਲਰੇਡੀ ਕ੍ਰੀਏਟ ਹੋਈ ਹੈ, ਉਹ ਮੈਸ ਕ੍ਰੀਏਟ ਹੋਈ ਹੈ, ਪਲੱਸ ਸਾਰੇ ਹੀ ਐਂਟੀ ਜਿਹੜੇ ਚਾਹੁੰਦੇ ਕਿ ਇਹ ਕਦੇ ਵੀ ਸਕਸੀਡ ਨਾ ਕਰਨ। ਸੋ ਇਹ ਚੀਜ਼ਾਂ ਤੋਂ ਓਵਰਕਮ ਕਰਨਾ ਹੈ, ਪਲੱਸ ਆਪਣੀ ਉਹਨੇ ਸੈਂਟਰਲ ਲੀਡਰਸ਼ਿਪ ਤੋਂ ਵੀ ਓਵਰਕਮ ਕਰਨਾ ਹੈ, ਉਹਨੂੰ ਵੀ ਕਿਸ ਤਰੀਕੇ ਨਾਲ ਕੰਟਰੋਲ ਜਾਂ ਮੈਨੇਜ ਕਰਨਾ ਹੈ, ਤੇ ਉਹਨੇ ਕੰਮ ਕਰਨੇ। ਉਹ ਸਿੰਸੀਅਰ ਹੈ। ਜਿੱਥੋਂ ਤੱਕ ਉਹਦੀ ਟੀਮ ਬਾਰੇ ਹੈ, ਟੀਮ ਬਾਰੇ ਬਹੁਤੇ ਅਸੀਂ ਨਹੀਂ ਜਾਣਦੇ, ਕੋਈ ਵੀ ਅਜੇ ਨਹੀਂ ਜਾਣਦਾ ਹੈਗਾ ਉਹ ਕਿੰਨੇ ਸਿੰਸੀਅਰ ਨੇ, ਨਹੀਂ ਹੈਗੇ, ਕਿਵੇਂ ਭਗਵੰਤ ਮਾਨ ਉਹਨਾਂ ਨੂੰ ਕੰਟਰੋਲ ਕਰੇ ਜਾਂ ਮੈਨੇਜ ਕਰ ਸਕਦਾ, ਕਿਵੇਂ ਕੰਮ ਕਰਾ ਸਕਦਾ। ਮੈਨੂੰ ਲੱਗਦਾ ਕਿ ਇਹਨਾਂ ਸਾਰੇ ਚੀਜ਼ਾਂ ਲਈ ਸਾਨੂੰ ਟਾਈਮ ਚਾਹੀਦਾ ਐਟਲੀਸਟ, ਕਿਉਂਕਿ ਜਿਸ ਤਰੀਕੇ ਮੈਸੇਜ ਇੰਨਾ ਜਲਦੀ ਆਪਾਂ ਕੋਈ ਰਿਐਕਸ਼ਨ ਨਹੀਂ ਦੇ ਸਕਦੇ। ਇਹ ਠੀਕ ਹੈ, ਲੋਕਾਂ ਦੀ ਐਕਸਪੈਕਟੇਸ਼ਨ ਜ਼ਿਆਦਾ ਹੈਗੀਆਂ, ਆਪੋਜੀਸ਼ਨ ਨੇ ਕ੍ਰਿਟਿਸਿਜ਼ਮ ਜ਼ਿਆਦਾ ਕਰਨਾ ਵੀ ਤੁਸੀਂ ਕੀਤਾ ਨਹੀਂ, ਆਹ ਨਹੀਂ ਕੀਤਾ। ਕਈ ਥਾਵਾਂ ਤੇ ਠੀਕ ਹੈ ਕਿ ਉਹਨਾਂ ਨੇ ਜਿਸ ਤਰੀਕੇ ਦੇ ਵਾਅਦੇ ਕੀਤੇ ਸੀ ਜਾਂ ਕਮਿਟਮੈਂਟ ਕੀਤੀਆਂ ਸੀ ਉਹ ਪੂਰੀਆਂ ਨਹੀਂ ਹੋ ਸਕਦੀਆਂ। ਫਾਰ ਐਗਜ਼ਾਮਪਲ ਕੇਜਰੀਵਾਲ ਆ ਕੇ ਕਹੇਗਾ ਜੀ ਬੇਅਦਬੀ ਦੇ ਕੇਸ ਅਸੀਂ ਤਾਂ 24 ਘੰਟੇ ਹੱਲ ਕਰਦੇ ਹਾਂ, ਉਹ ਪੋਸੀਬਲ ਨਹੀਂ ਹੈਗੀ। ਉਹ ਜ਼ਿੰਮੇਵਾਰ ਤਾਂ ਸਹੀ ਭਗਵੰਤ ਮਾਨ ਤੇ ਪੈਣੀ, ਪਰ ਉਹ ਇਕੱਲਾ ਬੰਦਾ ਕਿੰਨੇ ਉਹਨੇ ਸਾਰੇ ਜੋ ਵੀ ਡਿਪਾਰਟਮੈਂਟ ਨੇ ਹਰ ਐਂਗਲ ਭਗਵੰਤ ਮਾਨ ਨੇ ਦੇਖਣਾ, ਜ਼ਿੰਮੇਵਾਰੀ ਉਸੇ ਦੀ ਹੈ, ਹੋਰ ਕਿਸੇ ਨੂੰ ਕੋਈ ਚਿੰਤਾ ਨਹੀਂ। ਚਿੰਤਾ ਹੈ ਤਾਂ ਉਸੇ ਨੂੰ, ਬੀਇੰਗ CM। ਅੱਗੇ ਵੀ CM ਦੀ ਚਿੰਤਾ ਹੁੰਦੀ, ਕ੍ਰੈਡਿਟ ਸਾਰਾ ਡਿਸਕ੍ਰੈਡਿਟ ਸਾਰਾ CM ਤੇ ਜਾਂਦਾ ਸੀ, ਹੁਣ ਵੀ ਜਾਂਦਾ, ਪਰ ਉਹਨੇ ਕੱਲੀ ਐਸਪੈਕਟ ਨੂੰ ਦੇਖਣਾ ਹੈਗਾ, ਮੈਨੇਜ ਕਰਨਾ। ਪਰ ਮੈਂ ਤਾਂ ਇਹੀ ਕਹਿੰਦਾ ਹੋਪ ਪੂਰੀ ਹੈ, ਕਿਉਂਕਿ ਉਹ ਸਿੰਸੀਅਰ ਹੈ, ਉਹ ਪੋਜ਼ਿਟਿਵਲੀ ਆਪਣਾ ਕੰਮ ਕਰੇਗਾ ਤੇ ਹੋਪਫੁਲੀ ਹੀ ਵਿਲ ਗੈਟ ਸਮ ਰਿਜ਼ਲਟ ਆਊਟ ਆਫ ਇਟ। ਬਟ ਉਹਦੇ ਵਾਸਤੇ ਸਾਨੂੰ ਸਮਾਂ ਦੇਣਾ ਪੈਣਾ, ਸਮੇਂ ਤੋਂ ਬਿਨਾਂ ਗੱਲ ਹੀ ਹੋਣੀ। ਦੂਜਾ ਕਿ 2-3 ਦਿਨ ਤੋਂ ਮੈਂ ਨਹੀਂ ਇੰਟਰਸਟਿੰਗ ਨਿਊਜ਼ ਆ, ਮੈਨੂੰ ਨਹੀਂ ਪਤਾ 2 ਕਿਹੜੀਆਂ ਅਪੁਆਇੰਟਮੈਂਟ ਹੋਈਆਂ ਨੇ ਪੁਲਿਸ ਦੇ ਵਿੱਚ, ਉਹਦੇ ਕਰਕੇ ਪਾਇਆ। ਪਰ ਇਸ਼ੂ ਇਹ ਹੈਗਾ ਨੈਚੁਰਲੀ ਹੈ ਕਿ ਉਹ ਵਿਜੇ ਪ੍ਰਤਾਪ ਉਹ ਪੁਲਿਸ ਦਾ ਬੰਦਾ ਹੈਗਾ ਸੀਗਾ। ਇੱਕ ਤਾਂ ਨੈਚੁਰਲੀ ਉਹਨੂੰ ਪਤਾ ਵੀ ਨੌਲੇਜ ਹੋਏਗੀ ਕਿਹੜਾ ਕਿੱਥੇ ਹੈ। ਦੂਜਾ ਇਹ ਹੈ ਕਿ ਉਹ ਸਰਕਾਰ ਦੇ ਨੇੜੇ ਸੀ ਕੋਈ ਬੰਦਾ। ਇਹ ਸਰਕਾਰਾਂ ਦੇ ਨੇੜੇ ਦੇਖੋ, ਜਿਹਨਾਂ ਨੇ ਕੰਮ ਕਰਨਾ ਸਰਕਾਰਾਂ ਨਾਲ ਰਲ ਕੇ ਕੰਮ ਕਰਨਾ।
ਔਰ ਉਹ ਆਫੀਸਰ ਕੰਮ ਵੀ ਸਰਕਾਰ ਦੇ ਹਿਸਾਬ ਨਾਲ ਚਾਹੁੰਦੇ, ਸਰਕਾਰ ਦੀ ਡਾਇਰੈਕਸ਼ਨ ਕਿਵੇਂ ਹੁੰਦੀ ਹੈ ਉਸ ਹਿਸਾਬ ਤੇ ਐਕਟ ਕਰਦੇ ਨੇ। ਜੇ ਭਗਵੰਤ ਮਾਨ ਦੀ ਡਾਇਰੈਕਸ਼ਨ ਕਲੀਅਰ ਹੋਏਗੀ, ਉਹ ਭੁੱਲ ਜਾਣਗੇ ਕਿ ਸਾਡੇ ਸਬੰਧ ਪਿਛਲੇ ਕਿ ਉਹਨਾਂ ਨੇ ਅਗਲਾ ਪਾਸਾ ਦੇਖਣਾ ਕਿ ਕਿਹਦੇ ਨਾਲ ਅਸੀਂ ਕੰਮ ਕਰਨਾ, ਉਹਦੀ ਡਾਇਰੈਕਸ਼ਨ ਕੀ ਆਂਦੀ ਡਿਪੈਂਡ ਤੇ ਕਰਦਾ ਹੈਗਾ। ਪਹਿਲਾਂ ਜਿਵੇਂ ਸੀ ਉਹ ਪਹਿਲਾਂ ਗਵਰਨਮੈਂਟ ਆਪਸ ਚ ਮਿਲੀਆਂ ਹੋਈਆਂ ਸੀ, ਉਹ ਤਾਂ ਡਾਇਰੈਕਸ਼ਨਾਂ ਨਹੀਂ ਸੀ ਚੱਲਦੀ, ਉਹ ਕਹਿੰਦੇ ਸੀ ਰਲ ਮਿਲ ਕੇ ਕੰਮ ਕਰਦੇ ਸੀ। ਹੁਣ ਚੇਂਜ ਆਈ ਹੈਗੀ ਹੈ, ਸੋ ਇਹਦੇ ਵਾਸਤੇ ਸਾਨੂੰ ਥੋੜਾ ਜਿਹਾ ਸਮਾਂ ਦੇਣਾ ਚਾਹੀਦਾ ਤੇ ਮੈਨੂੰ ਲੱਗਦਾ ਕਿ ਫਰੂਟਫੁਲ ਰਿਜ਼ਲਟ ਆਉਣਗੇ। ਵੀ ਹੈਵ ਟੂ ਵੇਟ ਫॉर दैट। ਬਿਊਟੀਫੁਲ, ਥੈਂਕ ਯੂ ਜੀ। ਮੈਂ ਡਾਕਟਰ ਪ੍ਰੋਫੈਸਰ ਕਪੂਰ ਸਾਹਿਬ ਤੁਹਾਡੇ ਕੋਲ ਆਉਣਾ, ਥੋੜਾ ਜਿਹਾ ਮੈਂ 1 ਮਿੰਟ ਮੈਂ ਲੈ ਲੈਣਾ। ਮੇਰੇ ਮੁਤਾਬਕ ਇਹ ਹੈਗਾ ਕਿ ਜਿਸ ਤਰ੍ਹਾਂ ਚੀਮਾ ਸਾਹਿਬ ਨੇ ਕਿਹਾ, ਵਕੀਲ ਸਾਹਿਬ ਨੇ, ਕਿ ਸਾਨੂੰ ਟਾਈਮ ਦੇਣਾ ਚਾਹੀਦਾ ਹੈਗਾ। ਵੈਸੇ ਸਾਰੇ ਐਗਰੀ ਕਰਦੇ ਨੇ ਟਾਈਮ 3 ਮਹੀਨੇ 6 ਮਹੀਨੇ, ਪਰ ਮੇਨ ਟਾਈਮ ਦੇ ਵਿੱਚ ਜਿਹੜੀ ਅਪੋਜੀਸ਼ਨ ਆ ਉਹਨੇ ਆਪਦੇ ਕੰਮ ਕਰਨੇ ਆ। ਉਹ ਬੋਲੀ ਜਾ ਰਹੇ ਨੇ, ਉਹਨਾਂ ਨੂੰ ਜਾਗਰਤ ਥੋੜੀ ਜਗਾ ਰਹੇ ਆ, ਚੰਗੀ ਗੱਲ ਹੀ ਆ। ਉਹ ਟਾਈਮ ਪੁਰਾਣਾ ਨਹੀਂ ਹੈਗਾ, ਪਰ ਸੁਣਦਾ ਨਹੀਂ ਕੋਈ। ਹੁਣ ਜੇ ਅਪੋਜੀਸ਼ਨ ਬੋਲਦੀ ਵੀ ਹੈਗੀ ਹੈ, ਗੁੱਡ ਥਿੰਗ ਦੇ ਆਰ ਟਾਕਿੰਗ ਅਬਾਊਟ, ਤੇ ਉਹ ਥੋੜਾ ਜਿਹਾ ਐਕਟਿਵ ਰਹਿਣਗੇ। ਕਈ ਵਾਰੀ ਨਾ ਲੋਕਾਂ ਦੇ ਕੁਐਸਚਨ ਇਹ ਆ ਜਾਂਦੇ ਨੇ ਕਿ ਉਹਨਾਂ ਕੋਲੇ ਜਿਹੜੇ MLA ਮਿਨਿਸਟਰ ਬਣਾਤੇ ਨਵੇਂ ਨੇ ਸਾਰੇ, ਉਹਨਾਂ ਨੇ ਪੁਰਾਣੇ ਲਏ ਨਹੀਂ ਕੋਈ ਵੀ, ਤਾਂ ਕਿ ਪੁਰਾਣਿਆਂ ਨੂੰ ਥੋੜਾ ਜਿਹਾ ਔਖਾ ਹੁੰਦਾ ਕੰਟਰੋਲ ਕਰਨਾ। ਉਹ ਥੋੜਾ ਜਿਹਾ ਭੱਜਣ ਦੀ ਕੋਸ਼ਿਸ਼ ਕਰਦੇ ਆ ਇੱਧਰ ਉੱਧਰ। ਸੋ ਇਸ ਕਰਕੇ ਨਵੇਂ ਹੈਗੇ ਆ, ਉਹਨਾਂ ਨੂੰ ਵਿਚਾਰਿਆਂ ਨੂੰ ਐਕਸਪੀਰੀਅੰਸ ਵੀ ਕੋਈ ਨਹੀਂ ਹੈ। ਹੁਣ ਕੇਜਰੀਵਾਲ ਦੇ ਮਗਰ ਕੱਲਾ ਭਗਵੰਤ ਮਾਨ ਨੂੰ ਖਿੱਚੀ ਚਾਰੇ ਪਾਸੇ ਫਿਰਦੇ ਆ ਵੀ ਚੱਲ ਇੱਧਰ ਨੂੰ ਜਾਣਾ। ਭਗਵੰਤ ਮਾਨ ਨੂੰ ਕੇਜਰੀਵਾਲ ਜੀ ਖਿੱਚ ਕੇ ਲੈ ਗਏ, ਪਹਿਲਾਂ ਤਾਂ ਉੱਧਰ ਨੂੰ ਗੁਜਰਾਤ ਵੀ ਲੈ ਕੇ ਗਿਆ, ਗੁਜਰਾਤ ਨੂੰ ਲੈ ਗਏ, ਫਿਰ ਉਹਨੂੰ ਹਿਮਾਚਲ ਵੱਲ ਨੂੰ ਲੈ ਗਏ। ਲੋਕਾਂ ਨੂੰ ਬਹਾਨਾ ਅਪੋਜੀਸ਼ਨ ਨੂੰ ਮਿਲ ਪਿਆ। ਮੇਰੇ ਦਿਮਾਗ 'ਚ ਵੀ ਨਹੀਂ ਸੀ ਆਇਆ ਜਦੋਂ ਅਪੋਜੀਸ਼ਨ ਕਹਿੰਦੀ ਆ ਓਏ ਹੈਲੀਕਾਪਟਰ ਖਿੱਚੀ ਫਿਰਦਾ, ਤਾਂ ਲੋਕਾਂ ਦਾ ਮਨੀ ਆ, ਇਹ ਤੂੰ ਕੀ ਕੰਮ ਲੱਗਿਆ ਕਰਨ। ਬਾਕੀ ਜਿਹੜੇ ਤੈਨੂੰ ਤਾਂ ਟਾਈਮ ਹੀ ਨਹੀਂ ਤੇਰੇ ਕੋਲੇ, ਤੁਹਾਡੇ ਕੋਲ ਬਥੇਰਾ ਟਾਈਮ ਆ ਇਲੈਕਸ਼ਨ ਲੜਨ ਵਾਸਤੇ। ਵੀ ਤੁਹਾਨੂੰ ਲੱਗਦਾ ਤੀਜੀ ਵਾਰੀ ਉਹ ਘੱਟ ਸੋਚੇਗਾ ਜਾਣ ਤੋਂ ਪਹਿਲਾਂ ਉੱਧਰ ਨੂੰ, ਠੀਕ ਹੈ ਨਾ। ਇਸ ਗੁੱਡ ਥਿੰਗ ਚੀਜ਼ਾਂ ਹੋ ਰਹੀਆਂ ਨੇ, ਚਾਹੀਦਾ, ਬਿਲਕੁਲ ਐਗਰੀ ਕਰਦਾ ਮੈਂ। ਪਰ ਇਹ ਬਹੁਤ ਜ਼ਰੂਰੀ ਆ ਲਾਅ ਐਂਡ ਆਰਡਰ, ਜਿਹੜਾ ਕਿ ਉਹਨੇ ਕਿਹਾ ਵੀ 24 ਘੰਟੇ ਦੇ ਵਿੱਚ ਜਿਹੜੀ ਬੇਅਦਬੀ ਹੋਈ ਆ, ਉਹਨੇ ਮੁੜ ਅਪੋਜੀਸ਼ਨ ਲਾਈ ਜਾਂਦੇ ਨੇ, ਟੇਪਾਂ ਲਾਈ ਜਾਂਦੇ ਨੇ। ਦੇਖੋ ਜੀ ਕੇਜਰੀਵਾਲ ਨੇ ਆਹ ਕਿਹਾ ਸੀ, ਉਹਦਾ ਮਤਲਬ 24 ਘੰਟੇ ਦਾ ਇਹ ਨਹੀਂ ਹੁੰਦਾ। ਉਹਦਾ ਮਤਲਬ ਸੀ ਨੀਤ ਸਾਫ਼ ਹੋਣੀ ਚਾਹੀਦੀ ਹੈ। 24 ਘੰਟੇ ਸਟਾਰਟ ਕਰਕੇ ਨਾ ਫਿਰ ਉਹਨੂੰ ਕਰੋ, ਕੰਮ ਨੂੰ ਸਟਾਰਟ ਕਰੋ, ਜਿਵੇਂ ਕੈਪਟਨ ਨੇ ਸਟਾਰਟ ਕੀਤਾ ਹੀ ਨਹੀਂ ਬਿਲਕੁਲ ਹੀ। ਸਟੀਵਨ ਗਿੱਲ ਜੀ ਨੇ ਵੀ ਕਿਹਾ ਟਾਈਮ ਦੀ ਜ਼ਰੂਰਤ ਹੈਗੀ ਆ। ਹਾਂਜੀ ਕਪੂਰ ਸਾਹਿਬ, ਪ੍ਰੋਫੈਸਰ ਸਾਹਿਬ, ਤੁਹਾਡਾ ਬੜਾ ਐਕਸਪੀਰੀਅੰਸ ਆ। गुप्ता साहब ने, जीवन जी ने, पिछौरा सिंह ने, चीमा साहब ने जो कुछ किया वो बहुत अच्छा किया उन्होंने कि भाई मान साहब ਨੂੰ कहना टाइम मिलना चाहिए है। ਹਾਂਜੀ ਹਾਂਜੀ, वो जरूरी है क्योंकि इदा कि भी उन्होंने ਜਿਹੜੇ मिनिस्टर बने ने ਉਹਨਾਂ ਨੂੰ ਕੋਈ ਤਜਰਬਾ नहीं है हले, इस करके उन्होंने जरा टाइम लगेगा सीखने वास्ते अपने। बाकी एक ने ये बड़े सिंसीयर ने, बड़े अच्छे बंदे ने लगते ने मैनू। मेरा इंप्रैशन यही है कि भाई ही इज़ ए वेरी सिंसीयर, ए गुड ऑनेस्ट पर्सन मान साहब, कि भी विश हिम ऑल द बेस्ट। एक्चुअली उन्होंने वक्त मिलना चाहिए। हाले ताईं कोई खराब कोई खबर नहीं सुनी उन्होंने बारे च, कोई बुरी गल की है उन्होंने, कोई ऐसा नहीं सुनिया हैगा। तो जो कुछ वो कर रहे हैं वो बहुत ठीक तरह कर रहे हैं। बाकी ये है कि भाई केजरीवाल साहब ने, he is using him as a show person to take him to Gujarat and other provinces, which is a very tactful thing. Kejriwal is a very tactful thing. He is showing to people in Gujarat that he is a very successful person, कि भी ਅਸੀਂ ਪੰਜਾਬ ਦੇ ਵਿੱਚ कहना इन्होंने सरकार बनाई है इस तरीके नाल। he is a good person. He is trying to show him as a role model. बाकी अपने हिमाचल प्रदेश से बिच करा थोड़ा गड़बड़ जड़ी की हो गई। केजरीवाल साहब ने कहने he did not cooperate, understood the local people. After that, we are coming on that. Yeah. ਸਮਰੀਕ ਸਿੱਧੂ ਜੀ। ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਟਾਈਮ ਦੇਣ ਦਾ ਜੀ। ਮੈਂ ਜਿੰਨਾ ਵੀ ਤੁਸੀਂ ਸਾਰਿਆਂ ਨੇ ਕਿਹਾ, ਐਕਚੁਅਲੀ ਆਈ ਡੂ ਐਗਰੀ ਵਿਦ ਯੂ, ਕਿਉਂਕਿ ਬਹੁਤ ਥੋੜਾ ਟਾਈਮ ਹੋਇਆ, ਟੂ अर्ਲੀ ਟੂ ਸੇ ਐਨੀਥਿੰਗ ਇਹਦੇ ਬਾਰੇ। ਦੂਸਰੀ ਚੀਜ਼ ਜਿਹੜੇ ਉਹਦੇ ਬਾਰੇ ਗੱਲਾਂ ਕਰ ਰਹੇ ਨੇ ਕਿ ਇਹਨੇ ਆਹ ਗਲਤ ਕੀਤੀ, ਇਹ ਨਾ ਗੱਲ ਕੀਤੀ, ਮੈਂ ਤਾਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਸੁਣਾਉਣਾ ਕਿ ਕਿਸੇ ਦਾ ਨਵਾਂ ਵਿਆਹ ਹੋਇਆ। ਉਹ ਵਿਆਹ ਹੋਇਆ ਤਾਂ ਸਵੇਰ ਨੂੰ ਉੱਠ ਕੇ ਆਪਣੇ ਘਰ ਵਾਲੀ ਨੂੰ ਕਹਿੰਦਾ ਮੈਨੂੰ ਨਹਾਉਣ ਲਈ ਤੱਤਾ ਪਾਣੀ ਕਰ ਦੇ, ਨਹੀਂ ਤਾਂ ਉਹ ਵਿਚਾਰੀ ਤੱਤਾ ਪਾਣੀ ਕਰ ਦਿੱਤਾ, ਨਹਾ ਲਿਆ। ਦੂਏ ਦਿਨ ਫੇਰ ਉੱਠ ਕੇ ਕਹਿੰਦਾ ਮੈਨੂੰ ਤੱਤਾ ਪਾਣੀ ਕਰ ਦੇ, ਮੈਂ ਨਹਾਉਣਾ, ਨਹੀਂ ਤਾਂ। ਉਹ ਥੋੜੇ ਦਿਨ ਚੱਲਦਾ ਰਿਹਾ। ਉਹ ਫੈਡ ਅਪ ਹੋ ਗਈ, ਕਹਿੰਦੀ ਇਹ
ਇਹਨ ਕੀ ਕੰਮ ਫੜਿਆ? ਕਹਿੰਦਾ ਨਹੀਂ ਨਹੀਂ। ਕਹਿੰਦੀ ਨਹੀਂ ਤਾਂ ਫਿਰ ਤੂੰ ਕੀ ਕਰੇਗਾ? ਉਹ ਕਹਿੰਦਾ ਫਿਰ ਮੈਂ ਠੰਡੇ ਨਾਲ ਨਹਾ ਲੂੰ। ਸੋ ਜਿਹੜੇ ਇਹ ਕਹਿੰਦੇ ਆ ਵੀ ਜੇ ਇਹਨੇ ਨਾ ਚੰਗਾ ਕੰਮ ਕੀਤਾ ਤੇ ਜੇ ਨਾ ਚੰਗਾ ਤਾਂ ਫੇਰ ਕੀ ਕਰੋਗੇ? ਫਿਰ ਤੁਸੀਂ ਕਾਂਗਰਸ ਨੂੰ ਲੈ ਆਓਗੇ, ਫਿਰ ਤੁਸੀਂ ਅਕਾਲੀ ਦਲ ਨੂੰ ਲੈ ਆਓਗੇ। ਫਿਰ ਬੀਜੇਪੀ ਆਏਗੀ, ਬੀਜੇਪੀ ਆਏਗੀ। ਤੇ ਕਹਿਣ ਤੋਂ ਭਾਵ ਇਹ ਹੈ ਕਿ he has the heart, his heart in the right place, he wants to do the right thing। ਉੱਥੇ ਬੜੀ entrenched ਹੋਈ ਹੈ corruption, ਉਹਨੂੰ root out ਕਰਨਾ is not that easy, but he's doing his best to do it, and I wish him all the best। Beautiful, thank you। ਲੋਕੇ ਥੈਂਕ ਯੂ ਜੀ। ਆਪਾਂ ਹੁਣ 1.5 ਮਿੰਟ ਜਾਂ 2 ਮਿੰਟ ਮੈਕਸਿਮਮ ਰੱਖੀਏ ਤਾਂ ਆਪਣਾ ਫਿਰ ਟਾਈਮ ਬਿਲਕੁਲ ਠੀਕ ਰਹੂਗਾ। ਪਸ਼ੌਰਾ ਸਿੰਘ ਜੀ, ਫਿਰ ਉਸ ਤੋਂ ਬਾਅਦ ਕਲੋਜ਼ ਵੀ ਕਰਨਾ ਬਾਕੀਆਂ ਨੂੰ ਸੁਣ ਕੇ, ਤੇ ਬਾਰੀ ਚਲੋ ਜੀਵਨ ਜੀ ਤੁਸੀਂ ਆਓ। ਮੈਂ ਇਹੀ ਲਾਈਨ ਹੀ ਰੱਖਾਂ, ਬੈਟਰ ਹੈਗਾ। ਜੀਵਨ ਜੀ ਕੋਸ਼ਿਸ਼ ਕਰੋ 2 ਜੀ। ਨਹੀਂ, ਜਿਸ ਤਰ੍ਹਾਂ ਆਪਾਂ ਡਿਸਕਸ਼ਨ ਹੋ ਰਹੀ ਹੈਗੀ ਆ, ਦੈਟ ਇਜ਼ ਅ ਗੁੱਡ ਥਿੰਗ, ਬਟ ਸਟਿਲ ਅਸੀਂ ਜੋ ਕੁਛ ਮਰਜ਼ੀ ਕਹੀ ਜਾਈਏ ਵੀ, ਚਾਹੇ ਛੋਟਾ ਟਾਈਮ ਹੈਗਾ, ਬਟ ਦੇ ਨੋਜ਼ ਐਵਰੀਥਿੰਗ ਦੈਟ ਵੀ ਫਾਈਨੈਂਸਿੰਗ ਦੀ ਪ੍ਰੋਬਲਮ ਹੈਗੀ ਆ। ਇਹ ਚੀਜ਼ਾਂ ਦਾ ਤੁਹਾਨੂੰ ਸੋਲੂਸ਼ਨ ਕੱਢਣਾ ਪੈਣਾ ਹੈਗਾ, ਨਾ ਕਿ ਉੱਥੇ ਯਾਨੀ ਕਿ ਆਪੇ ਆਪ ਸੋਲੂਸ਼ਨ ਨਿਕਲਣੇ ਹੈਗੇ। ਇਸ ਕਰਕੇ ਜਿਹੜਾ ਗਵਰਨਮੈਂਟ ਦਾ ਕੰਮ ਹੁੰਦਾ ਹੈਗਾ ਟੂ ਬੀ ਐਕਟਿਵ ਇਨ ਦੈਟ ਵਨ। ਹਾਂ, ਜਿਹੜੇ ਆਪਾਂ ਮਿਨਿਸਟਰਾਂ ਦੀ ਗੱਲ ਕੀਤੀ ਹੈ, ਨਵੇਂ ਹੈਗੇ ਆ ਕਿ ਕਈ ਵਾਰੀ ਜੇ ਉਹ ਸਬ ਡਿਵਾਈਡ 27 ਉਹਦੇ ਕੋਲੇ ਡਿਫਰੈਂਟ ਡਿਪਾਰਟਮੈਂਟ ਉਹਦੇ ਕੋਲੇ ਆਪਦੇ ਕੋਲੇ ਰੱਖੇ ਹੈਗੇ ਆ, ਤਾਂ ਹੀ ਕੈਨੋਟ ਡੂ ਐਨੀਥਿੰਗ ਆਊਟਸਾਈਡ ਦੈਟ ਵਨ। ਜੇ ਉਹ ਮੀਟਿੰਗਾਂ ਵੀ ਕਰੇ 27 ਦੀਆਂ ਤਾਂ ਹੀ ਕੈਨੋਟ ਅਚੀਵ ਐਨੀਥਿੰਗ। ਉਹਨੂੰ ਉਹ ਪੋਰਟਫੋਲੀਓ ਸਬ ਡਿਵਾਈਡ ਕਰਨੇ ਪੈਣੇ ਹੈਗੇ ਆ, ਤਾਂ ਕਿ ਉਹ ਮੋਰ ਫੋਕਸਡ ਔਨ ਦੇਅਰ ਮਿਨਿਸਟਰ। ਜੇ ਤੁਹਾਨੂੰ ਪਾਵਰ ਦਿੰਦੇ ਮਿਨਿਸਟਰਾਂ ਨੂੰ, ਕਈ ਵਾਰੀ ਜੇ ਤੁਸੀਂ ਪਾਵਰ ਹੀ ਨਹੀਂ ਦਿੱਤੀ, ਮਿਨਿਸਟਰ ਕੀ ਕਰੂਗਾ ਜਾ ਕੇ? ਤੇ ਹਰੇਕ ਚੀਜ਼ ਜੇ ਉਹ ਚੈਨਲ ਕਰਦਾ ਹੈਗਾ ਵੀ ਸਾਰਾ ਥਰੂ ਮੇਰੇ ਹੋਵੇ, then he is going to be lose in that end at the end of the day। ਕਈ ਚੀਜ਼ਾਂ ਯਾਨੀ ਕਿ ਪੋਲਿਟਿਕਸ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਹੈਗੀਆਂ ਵੀ ਟੀਮ ਵਰਕ ਇਜ਼ I don't seeing a team work। ਹਾਂ, ਚਾਹੇ ਅਸੀਂ ਜਿਵੇਂ ਮਰਜ਼ੀ ਕਹੀਏ ਨਵੇਂ ਮਿਨਿਸਟਰ ਹੈਗੇ ਆ, ਪਰ ਉਹਨਾਂ ਨੂੰ ਯਾਨੀ ਕਿ ਸਾਰਿਆਂ ਨੂੰ ਇੱਥੇ ਵੀ ਅਸੀਂ ਵੇਖੀਦਾ ਹੈਗਾ, ਨਵੇਂ ਮਿਨਿਸਟਰ ਆਉਂਦੇ ਹੈਗੇ, ਉਹਨਾਂ ਨੂੰ ਪੋਰਟਫੋਲੀਓ ਉਹਨਾਂ ਦਾ ਸਾਰਾ ਕੁਝ ਸਮਝਾਉਂਦੇ ਹੈਗੇ, ਦੇ ਕੈਨ ਸਟਾਰਟ ਵਰਕਿੰਗ ਔਨ। ਹਾਂ, ਛੋਟੀ ਮੋਟੀ ਮਿਸਟੇਕ ਕਰਦੇ ਹੈਗੇ ਕਈ ਵਾਰੀ, ਪਰ ਜਿਹੜੀਆਂ ਹੁਣ ਉਹਦੇ ਨਾਲ ਦੀ ਨਾਲ ਅਸੀਂ ਦੇਖ ਰਹੇ ਹਾਂ ਲਾਅ ਐਂਡ ਆਰਡਰ, ਕਿੰਨੇ ਮਰਡਰ ਹੋ ਗਏ ਹੈਗੇ ਪਿਛਲੇ ਦਿਨਾਂ ਦੇ ਵਿੱਚ ਹੀ ਆ, ਚਾਹੇ ਕਬੱਡੀ ਖਿਡਾਰੀ ਹੋਏ ਆ, ਚਾਹੇ ਹੋਰ ਵੀ ਹੋਏ। ਤੇ ਇਹ ਦਿਸ ਇਜ਼ ਏ ਕੰਸਰਨ ਇਸ਼ੂ ਭਾਂਦੀ ਉਹ ਚਾਹੇ ਕੋਈ ਵੀ ਕਰਾ ਰਿਹਾ ਹੈਗਾ ਜਾਂ ਇਹ ਚੀਜ਼, ਪਰ ਐਟ ਦੀ ਐਂਡ ਆਫ ਦੀ ਡੇ ਇਹ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਜਿਹੜੀ ਗਵਰਨਮੈਂਟ ਬਣੀ ਹੁੰਦੀ ਹੈਗੀ ਆ। ਤਾਂ ਉਹਨਾਂ ਨੇ ਕੀ ਐਕਸ਼ਨ ਲੈਣਾ? ਜੇ ਉਹ ਰਾਈਟ ਐਕਸ਼ਨ ਲੈਂਦੇ, ਪੀਪਲ ਵਿਲ ਐਪਰੀਸ਼ੀਏਟ। ਜੇ ਉਹ ਗਲਤ ਐਕਸ਼ਨ ਲੈਂਦੇ ਹੈਗੇ ਆ ਤਾਂ ਦੈਟ ਵਿਲ ਦੇ ਹੈਵ ਟੂ ਫੇਸ ਦ ਰਿਜ਼ੈਂਟਮੈਂਟ। ਹਾਂ, ਸਾਨੂੰ ਇਹ ਪਤਾ ਹੈਗਾ ਕਿ ਲੋਕਾਂ ਨੂੰ ਬਹੁਤ ਉਮੀਦ ਹੈਗੀ ਆ, ਦੇ ਵਾਂਟ ਐਕਸਪੈਕਟਡ ਵੈਰੀ ਫਾਸਟ ਥਿੰਗਸ ਟੂ ਬੀ ਹੈਪਨ, ਬਟ ਜਿਸ ਤਰ੍ਹਾਂ ਚੱਲ ਰਿਹਾ ਹੈਗਾ ਇਹਨਾਂ ਨੂੰ ਹੋਰ ਵੀ ਯਾਨੀ ਕਿ ਬਹੁਤ ਸਾਵਧਾਨੀ ਨਾਲ ਕੰਮ ਕਰਨਾ ਪੈਣਾ ਹੈਗਾ ਟੂ ਬਿਲਡ ਅਪ ਦੇਅਰ ਕੌਨਫੀਡੈਂਸ ਇਨਟੂ ਦੀ ਪੀਪਲ। ਅਦਰਵਾਈਜ਼ ਉਹੀ ਚੀਜ਼ਾਂ ਜਿਹੜੀਆਂ ਪਹਿਲਾਂ ਹੋ ਰਹੀਆਂ ਸੀਗੀਆਂ, ਲੋਕ ਟੈਂਕੀਆਂ ਤੇ ਚੜ ਰਹੇ ਸੀਗੇ, ਧਰਨੇ ਲੱਗ ਰਹੇ ਸੀਗੇ, ਉਹ ਸ਼ੁਰੂ ਹੋ ਜਾਣਗੇ ਹੈਗੇ, ਫਿਰ ਇਹਨਾਂ ਤੋਂ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਹੋ ਜਾਊ। ਥੈਂਕ ਯੂ ਜੀ। ਆਪਣੇ ਗੁਪਤਾ ਸਾਹਿਬ, ਪਸ਼ੌਰਾ ਸਿੰਘ ਜੀ, ਤੁਸੀਂ ਇਸ ਤੋਂ ਮੈਂ 2-3 ਚੀਜ਼ਾਂ ਕਹਿਣੀਆਂ। ਪਹਿਲੀ ਗੱਲ ਤਾਂ ਕਿ ਕੈਬਨਿਟ ਐਕਸਪੈਂਸ਼ਨ ਡਿਊ ਹੈ, ਕਿਉਂਕਿ ਅਜੇ ਤਾਂ 8 ਹੀ ਮਿਨਿਸਟਰ ਬਣੇ ਆ। ਸੈਕਿੰਡ ਗੱਲ ਹੈ ਕਿ ਇੰਡੀਆ ਜਿਹੜੀ ਸਟੇਟ ਹੈ ਨਾ, ਇਹਦੇ 'ਚ ਮਿਨਿਸਟਰ ਨੂੰ ਐਕਸਪੀਰੀਅੰਸ ਦੀ ਲੋੜ ਨਹੀਂ ਹੈ। ਕਿਉਂਕਿ ਇਹਦੇ 'ਚ ਨਾ ਸਟੇਟ ਨਾ ਸਿਸਟਮ ਸੈੱਟ ਹੈ। ਮਿਨਿਸਟਰਾਂ ਨੇ ਪੋਲਿਸੀ ਡਾਇਰੈਕਸ਼ਨ ਦੇਣੀ ਹੈ, ਬਿਊਰੋਕ੍ਰੇਸੀ ਬੈਠੀ ਹੈ, ਜੁਆਇੰਟ ਸੈਕਟਰੀਜ਼ ਨੇ। ਇੰਡੀਆ ਦੇ ਅੰਦਰ ਜੇ ਮਿਨਿਸਟਰ ਨਵੀਂ ਗਵਰਨਮੈਂਟ ਆ ਜਾਏ, ਹੁਣ ਅਸੀਂ ਕਾਲਜ ਪੜ੍ਹਾਈ ਦਾ, ਅਸੀਂ ਕਾਲਜ MSc ਕਰ ਲਈ, ਅਸੀਂ ਕਾਲਜ ਲੱਗ ਗਏ, ਸਾਨੂੰ ਐਕਸਪੀਰੀਅੰਸ ਥੋੜਾ ਸੀ। ਫਿਰ ਤਾਂ ਇਹੀ ਕੰਮ ਹੋ ਗਿਆ, ਭਾਈ ਪਹਿਲਾਂ ਐਕਸਪੀਰੀਅੰਸ ਲੈ ਕੇ ਆਓ, ਫਿਰ ਤੁਸੀਂ ਲੈਕਚਰ ਲੱਗੋਗੇ। ਜਿਹੜਾ ਨਵਾਂ ਮੁਸਲਮਾਨ ਹੁੰਦਾ ਨਾ, ਨਵਾਂ ਮੁਸਲਮਾਨ, ਉਹ ਕਈ ਵਾਰੀ ਬੈਟਰ ਪਰਫਾਰਮ ਕਰਦਾ ਹੈ। ਤੋ ਕਿਉਂਕਿ ਜਿਹੜੇ ਨਵੇਂ ਬੰਦੇ ਦੇ ਨਾਲ ਨਾ ਕੋਈ ਲੋਕ ਕਨੈਕਟਿਡ ਨਹੀਂ ਹੁੰਦੇ, ਉਹ ਬੈਟਰ ਪਰਫਾਰਮ ਕਰ ਸਕਦਾ। ਤੋ ਇਸ ਕਰਕੇ ਮਿਨਿਸਟਰੀ ਐਕਸਪੈਂਸ਼ਨ ਡਿਊ ਹੈ, ਨੰਬਰ 1। ਨੰਬਰ 2 ਜਿਹੜਾ ਪੁਆਇੰਟ ਹੈ ਨਾ ਕੰਵਰ ਵਿਜੇ ਪ੍ਰਤਾਪ ਦੀ, ਮੈਂ ਇਹ ਸਮਝਦਾ ਕਿ ਜਿਹੜੇ 2 ਬੰਦੇ ਉਹਨਾਂ ਨੇ IAS ਪੁਲਿਸ ਅਫਸਰ ਲਗਾਏ ਨੇ, ਉਹਨਾਂ ਦੀ ਕੰਵਰ ਵਿਜੇ ਪ੍ਰਤਾਪ ਨਾਲ ਕੰਟਰਾਡਿਕਸ਼ਨ ਹੈ। ਕਿਵੇਂ? ਕਿਉਂਕਿ ਜਿਹੜੀ ਪੁਰਾਣੀ ਸਿੱਟ ਬਣੀ ਸੀ ਉਹਦੇ ਵਿੱਚ ਇਹ ਬੰਦੇ ਸੀਗੇ, ਇਹਨਾਂ ਨੇ ਕੰਵਰ ਪ੍ਰਤਾਪ ਦੇ ਨਾਲ ਸਾਈਨ ਨਹੀਂ ਕੀਤੀ।
ਉਹ ਫਿਰ ਹਾਈ ਕੋਰਟ 'ਚ ਨਾ ਕੰਵਰ ਪ੍ਰਤਾਪ ਨੇ ਇਕੱਲੇ ਨੇ ਰਿਪੋਰਟ ਪੇਸ਼ ਕਰਤੀ ਸੀ। ਸੋ ਇਹ ਜਿਹੜੀ ਦੇਖੋ ਪੁਲਿਸ ਦੇ ਅੰਦਰ ਆਪਣੀਆਂ ਕੰਟਰਡਿਕਸ਼ਨ ਤਕੜੀਆਂ ਹੁੰਦੀਆਂ, ਲਾਈਕਸ ਡਿਸਲਾਈਕਸ ਹੁੰਦੀਆਂ, ਕਿਉਂਕਿ ਤੁਸੀਂ ਸਮਝਦੇ ਹੋ ਵੀ ਭਗਵੰਤ ਮਾਨ ਨੂੰ ਜਾਂ ਦੂਜੇ ਬੰਦਿਆਂ ਨੂੰ ਪਤਾ ਨਹੀਂ ਹੈ, ਕਿਉਂਕਿ ਜਿਹੜੇ ਬੰਦੇ ਅਫਸਰ ਲਾਏ ਨਾ ਇਹ ਕਾਫੀ ਓਨੈਸਟ ਅਫਸਰ ਹੈ। ਪਰ ਕਈ ਵਾਰੀ ਇਦਾਂ ਦੇ ਇਸ਼ੂ ਆ ਜਾਂਦੇ ਜਿੱਦਾਂ ਇਹ ਬਰਗਾੜੀ ਦਾ ਇਸ਼ੂ ਹੀ ਹੈ। ਉਹ ਤੋਂ ਦੇਖੋ ਬਰਗਾੜੀ ਦਾ ਇਸ਼ੂ ਇਮੋਸ਼ਨਲ ਇਸ਼ੂ ਬਹੁਤ ਤਕੜਾ ਹੈ, ਪਰ ਕੀ ਇਹਨੂੰ ਸਰਕਾਰ ਕਿੰਨੇ ਕੁ ਲੈਵਲ ਤੱਕ ਸੋਲਵ ਕਰੇਗੀ? ਆਪਾਂ ਜ਼ਿਆਦਾ ਇਮੋਸ਼ਨਾਂ ਤੇ ਚੱਲਾਂਗੇ ਨਾ, ਉਹਦੇ 'ਚ ਫਿਰ ਬਸ ਇਮੋਸ਼ਨ ਹੀ ਰਹਿ ਜਾਣੀ ਹੈ, ਬਾਕੀ ਗਰੋਥ ਇਕਨੋਮੀ ਡੁੱਬ ਜਾਣੀ ਹੈ। ਲਾਸਟ ਪੁਆਇੰਟ ਹੈ, ਦੇਖੋ ਜਿਹੜੇ ਬੰਦੇ ਕਹਿੰਦੇ ਸੀ ਨਾ ਵੀ ਕੇਜਰੀਵਾਲ ਸਾਰੀ ਚੀਜ਼ਾਂ ਚਲਾਏਗਾ, ਉਹ ਨਹੀਂ ਹੈ। ਉਹ ਭਗਵੰਤ ਮਾਨ ਨੂੰ ਗੁਜਰਾਤ 'ਚ ਵੀ ਲੈ ਕੇ ਜਾ ਰਿਹਾ, ਭਗਵੰਤ ਮਾਨ ਨੂੰ ਹਿਮਾਚਲ ਵੀ ਲੈ ਕੇ ਜਾ ਰਿਹਾ। ਇਸ ਤੋਂ ਇਹ ਪ੍ਰੂਵ ਕਰ ਰਿਹਾ ਕਿ ਕੇਜਰੀਵਾਲ ਇੱਕ ਮਾਡਲ ਬਿਲਟਅਪ ਕਰਨਾ ਚਾਹੁੰਦਾ ਇੰਡੀਆ। ਬਈ ਇਹ ਦੇਖੋ ਜੀ ਪੰਜਾਬ 'ਚ ਬੰਦੇ ਜਿੱਤੇ ਨੇ, ਉਹਨੂੰ ਜੇ ਆਪਣਾ ਹੀ ਉਹਨੇ ਕਰਨਾ ਸੀ ਤੇ ਭਗਵੰਤ ਮਾਨ ਨੂੰ ਕਿਉਂ ਲੈ ਕੇ? ਆਫਟਰ ਆਲ ਇੰਪੈਕਟ ਤਾਂ ਪੰਜਾਬ ਦਾ ਇਲੈਕਸ਼ਨ ਦਾ ਕੇਜਰੀਵਾਲ ਦਾ ਸਟਾਰਟ ਹੋਇਆ ਨਾ, ਆਪਾਂ ਰਿਐਲਿਟੀ 'ਚ ਮੰਨੋ। ਵਿਦਆਊਟ ਕੇਜਰੀਵਾਲ ਪੰਜਾਬ ਸ਼ਾਇਦ ਇੰਨੀ ਜਿੱਤ ਨਾ ਹੁੰਦੀ। ਸੋ ਇਸ ਕਰਕੇ ਕੇਜਰੀਵਾਲ ਜਿਹੜਾ ਨਾ ਉਹ ਆਲਟਰਨੇਟਿਵ ਲੀਡਰ ਡਿਵੈਲਪ ਕਰ ਰਿਹਾ ਹੈ। ਦੇਖੋ ਨਾ ਗੁਜਰਾਤ 'ਚ ਉਹਨੇ ਸਾਰੀ ਜਗ੍ਹਾ ਮੂਵਮੈਂਟ ਕਰਾਈ ਹੈ। ਚਲੋ ਨਹੀਂ ਜਾਣਾ ਚਾਹੀਦਾ ਸੀ, ਉਹ ਸ਼ਾਰਟ ਟਰਮ ਮੋਮੈਂਟਮ ਹੁੰਦਾ ਸਰ। ਤੁਸੀਂ ਇਹ ਨਾ ਕਹੋ ਵੀ ਸਟੈਪ ਗਲਤ ਸੀ, ਮੈਂ ਕਹਿੰਦਾ ਬਿਲਕੁਲ ਰਾਈਟ ਸਟੈਪ ਸੀ। ਦਿਸ ਵਾਸ ਦਾ ਟਾਈਮ ਟੂ ਗੋ ਦੇਅਰ, ਤਾਂ ਕਿ ਉੱਥੇ ਮੈਸੇਜ ਆਵੇ ਦੇਖੋ ਜੀ ਪੰਜਾਬ ਦਾ ਆਪ ਪਾਰਟੀ ਆਈ ਹੈ, ਚੀਫ ਮਿਨਿਸਟਰ ਹੈਗਾ, ਉਹ ਤੇ ਉਹਨੂੰ ਮੋਮੈਂਟਮ ਕਰ ਸਾਰੇ ਮੀਡੀਆ ਨੇ। ਸੋ ਥੈਂਕ ਯੂ ਸਰ। ਥੈਂਕ ਯੂ ਗੁਪਤਾ ਸਾਹਿਬ। ਪਹਿਲਾਂ ਘਰ ਠੀਕ ਕਰਨਾ ਪੈਣਾ, ਫਿਰ ਦੂਜੀ ਸਟੇਟਾਂ ਦਾ ਪਿੱਛੋਂ ਦੇਖਾਂਗੇ। ਅਵਤਾਰ ਜੀ ਇਹ ਸਾਰੀਆਂ ਇੰਡੀਆ ਚੀਮਾ ਸਾਹਿਬ ਪੰਜਾਬ ਇਜ਼ ਅ ਪਾਰਟ ਆਫ ਇੰਡੀਆ। ਆਈ ਡੋਂਟ ਐਗਰੀ ਵਿਦ। ਓਕੇ ਚੀਮਾ ਸਾਹਿਬ। ਹਾਂਜੀ ਸਰ ਠੀਕ ਹੈ। ਇੱਕ ਚੀਜ਼ ਮੈਂ ਕਹਿਣੀ ਚਾਹੁੰਦਾ ਵੀ ਉਹ ਜੇ ਜਾਂਦਾ ਹੈ ਉਹਦੇ ਇੱਕ ਜਿਹੜਾ ਆਪੋਜੀਸ਼ਨ ਹੋਈ ਆ, ਜਿਹੜਾ ਚੌਪਰ ਯੂਜ਼ ਕੀਤਾ ਉਹਦੇ ਤੇ ਹੋਈ ਆ, ਨਾ ਕਿ ਉਹਨੂੰ ਗੁਜਰਾਤ ਜਾਣ ਦੇ ਹੋਈ ਆ। ਉਹ ਪੰਜਾਬ ਚੌਪਰ ਦਾ ਰੂਲ ਹੈ ਕਿ ਜਿਹੜਾ ਚੀਫ ਮਿਨਿਸਟਰ ਕੋਈ ਵੀ ਹੈ ਨਾ ਸਟੇਟ ਦਾ, ਫਰਮ ਸੇਫਟੀ ਐਂਗਲ ਉਹ ਪੈਸਾ ਜੇ ਗੁਜਰਾਤ ਜਾ ਰਿਹਾ ਹੈ, who pays the money for that? It is the party will pay, not the government. No, the taxpayer is paying that one. No. Not paying. No. If the chopper goes to Gujarat as a AAP party, then his expenses will be paid by the AAP party, not as a state. Hello, we have to make an inquiry, Gupta Sahab. We will do it. Yes. Discussion. Okay, Chima Sahab. Very good. ਦੇਖੋ ਆਹ ਕੁਐਸਚਨ ਆਇਆ ਸੀ। ਦੇਖੋ ਇਹਦੇ ਬਾਰੇ ਤਾਂ ਮੈਨੂੰ ਨਹੀਂ ਪਤਾ ਕਿ ਉਹਨੇ ਪੇ ਕਿੰਨੇ ਕਰਨਾ, ਪਾਰਟੀ ਨੇ ਕਰਨਾ, ਇਹ ਕਿੰਨੇ ਕਰਨਾ, ਪਰ ਮੈਂ ਇੰਨਾ ਕੁ ਜ਼ਰੂਰ ਕਹਿਣਾ ਕਿ ਹਾਂ ਦੇਖੋ ਜੋ ਵੀ ਹੈ ਜਿੱਤ ਹੋਈ ਹੈ ਤੇ ਕੇਜਰੀਵਾਲ ਨੇ ਯੂਜ਼ ਵੀ ਕਰਨਾ ਆਪਣਾ ਕ੍ਰੈਡੀਬਿਲਟੀ ਕਰਨੀ। ਇੱਕ ਵਿਜ਼ਿਟ ਤਾਂ ਦੇਖੋ ਉਹਦਾ ਬਣਦਾ, ਆਪਾਂ ਨੂੰ ਐਕਸੈਪਟ ਕਰਨਾ ਪੈਣਾ। ਇੱਕ ਵਿਜ਼ਿਟ ਉਹਨੂੰ ਮੋਮੈਂਟਮ ਲਈ ਦੇਣਾ ਪੈਣਾ, ਉਸ ਤੋਂ ਬਾਅਦ ਉਹਨੂੰ ਇੱਥੇ ਕੰਮ ਕਰਨਾ ਪੈਣਾ ਹੈਗਾ। ਔਰ ਕੰਮ ਜੇ ਕਰ ਵੀ ਰਿਹਾ ਤਾਂ ਸਿਰਫ ਭਗਵੰਤ ਮਾਨ ਹੀ ਕਰ ਰਿਹਾ, ਕਿਉਂਕਿ ਉਹਦੇ ਦਿਲ 'ਚ ਉਹਨੇ ਦਿਲ 'ਚ ਜਜ਼ਬਾ ਹੈਗਾ, ਉਸ ਹਿਸਾਬ ਨਾਲ ਕੰਮ ਕਰਨਾ। ਮੇਰਾ ਇੱਕੋ ਕਿੰਤੂ ਪਰੰਤੂ ਸਿਰਫ ਇੱਕੋ ਹੀ ਹੈ ਜਿਹੜਾ ਮੈਂ ਪਹਿਲਾਂ ਵੀ ਰੇਜ਼ ਕੀਤਾ ਕਿ ਕੇਜਰੀਵਾਲ ਉਹਨੂੰ ਕਿੰਨਾ ਕੁ ਫ੍ਰੀ ਹੈਂਡ ਨਾਲ ਕੰਮ ਕਰਨ ਦਿੰਦਾ ਜਾਂ ਕਿੰਨੇ ਕੁ ਉਹਦੇ ਕਲਚਰ 'ਚੋਂ ਬਾਹਰ ਆਉਂਦਾ, ਦੈਟ ਇਜ਼ ਮੈਟਰਸ। ਕਿਉਂਕਿ ਉਹ ਹਰ ਇੱਕ ਆਫਿਸਰ ਦੇ ਨਾਲ ਜਾਂ ਉਹ ਚੱਡੇ ਨੂੰ ਉਹਦੇ ਪਿੱਛੇ ਲਾ ਕੇ ਜੋ ਵੀ ਜੇ ਇਸ ਤਰੀਕੇ ਨਾਲ ਕਰੇਗਾ ਤਾਂ ਉਹ ਮੈਨੂੰ ਲੱਗਦਾ ਬਹੁਤ ਦੇਰ ਨਹੀਂ ਚੱਲਣਾ। ਜੇ ਜ਼ਿਆਦਾ ਉਹ ਪ੍ਰੈਸ਼ਰਾਈਜ਼ ਕਰੇਗਾ ਤਾਂ ਅਲਟੀਮੇਟਲੀ ਭਗਵੰਤ ਮਾਨ ਰਿਟੈਲੀਏਟ ਕਰੇਗਾ। ਇਹ ਅਲਟੀਮੇਟਲੀ ਹੋਣਾ ਹੈ। ਇਹ ਜਿੰਨਾ ਕੁ ਸਿਆਣਾ ਮੇਰੇ ਹਿਸਾਬ ਨਾਲ ਕੇਜਰੀਵਾਲ ਹੋ ਜਾਏਗਾ ਉਹਨਾਂ ਬੈਟਰ ਹੈਗਾ ਆ, ਕਿਉਂਕਿ ਕੰਮ ਇਹਨੇ ਕਰਨਾ। ਜੇ ਦੇਖੋ ਮਿਨਿਸਟਰਾਂ ਦੀ ਵੀ ਗੱਲ ਹੈ, ਜੇ ਮਿਨਿਸਟਰ ਵੀ ਦੋ ਪਾਸੇ ਦੇਖਣ, ਇੱਕ ਪਾਸੇ ਭਗਵੰਤ ਮਾਨ ਨੂੰ ਦੇਖੇ, ਇੱਕ ਪਾਸੇ ਕੇਜਰੀਵਾਲ ਨੂੰ, ਉਹ ਵੀ ਕੰਮ ਪ੍ਰੋਪਰਲੀ ਨਹੀਂ ਕਰ ਪਾਉਣਗੇ। ਪ੍ਰੋਪਰ ਇਹ ਹੈ ਕਿ ਉਹਨਾਂ ਨੂੰ ਇੱਕ ਪਾਸੇ ਇੱਕੋ ਡਾਇਰੈਕਸ਼ਨ ਚਾਹੀਦੀ ਹੈਗੀ ਆ, ਇੱਕ ਪਾਸੇ ਇੰਸਟਰਕਸ਼ਨਾਂ ਚਾਹੀਦੀਆਂ ਹੈਗੀਆਂ। ਜਦੋਂ ਦੋ ਸੈੱਟ ਹੋਣਗੇ ਆਪਣੇ ਪਾਵਰ ਦੇ ਤਾਂ ਉਹ ਪ੍ਰੋਬਲਮ ਕ੍ਰੀਏਟ ਹੋਣਗੀਆਂ। ਪਰ ਇਹ ਕੇਜਰੀਵਾਲ ਦੀ ਜੇ ਸਿਆਣਪ ਹੈ, ਮੈਂ ਤਾਂ ਕਹਾਂ ਜੇ ਸਿਆਣਾ ਹੋਵੇਗਾ ਤਾਂ ਉਹਨੂੰ ਥੋੜਾ ਆਪਣੇ ਆਪ ਨੂੰ ਸਮਝ ਲੈਣਾ ਚਾਹੀਦਾ, ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾ ਇੰਟਰਫੇਰੈਂਸ ਨਹੀਂ ਚੱਲੂਗੀ। ਜੇ ਜ਼ਿਆਦਾ ਕਰੂਗਾ ਤਾਂ ਅਲਟੀਮੇਟਲੀ ਭਗਵੰਤ ਮਾਨ ਹੀ ਰਿਟੈਲੀਏਟ ਕਰੂਗਾ ਤੇ ਉਹਦਾ ਨੁਕਸਾਨ ਕੇਜਰੀਵਾਲ ਨੂੰ ਹੋਣਾ, ਭਗਵੰਤ ਮਾਨ ਨੂੰ ਘੱਟ ਹੋਊਗਾ, ਕੇਜਰੀਵਾਲ ਨੂੰ ਜ਼ਿਆਦਾ ਹੋਊਗਾ ਮੇਰੇ ਹਿਸਾਬ ਨਾਲ। ਵੈਸੇ ਉਹ ਸੁਲਝਿਆ ਬੰਦਾ ਸਭ ਕੁਛ ਹੈ, ਪਰ ਉਹ ਛਾਤਰ ਵੀ ਹੈਗਾ, ਉਹ ਵੱਧ ਤੋਂ ਵੱਧ ਮਾਈਲੇਜ ਲੈਣੀ ਚਾਹੁੰਦਾ ਹੈਗਾ, ਪਰ ਉਹਨੂੰ ਮਾਈਲੇਜ ਉਨੀ ਕੁ ਲੈਣੀ ਚਾਹੀਦੀ ਤਾਂ ਕਿ ਉਹ ਬੰਦੇ ਰਿਐਕਟ ਨਾ ਕਰਨ, ਰਿਐਕਟ ਕਰਨ ਦਾ ਮੌਕਾ ਨਾ ਦੇਵੇ। ਅਦਰਵਾਈਜ਼ ਮੈਨੂੰ ਭਗਵੰਤ ਮਾਨ ਤੇ ਪੂਰਾ ਭਰੋਸਾ ਹੈ, ਕਿਉਂਕਿ ਇਸ ਸਿਨੈਰੀਓ ਜੋ ਪ੍ਰੈਜ਼ੈਂਟ ਨਿਕਲਿਆ ਹੈਗਾ, ਨੋਬਡੀ ਇਜ਼ ਬੈਟਰ ਦੈਨ ਭਗਵੰਤ ਮਾਨ, ਜਿਹੜਾ ਕਿ ਜਿਹਨੂੰ ਕੰਸਰਨ ਹੈ ਉਹਦੇ ਨਾਲ ਬੈਟਰ ਕੰਮ ਕਰ ਸਕੇ। ਪਰ ਗੱਲ ਇਹ ਕਿ ਉਹਨੂੰ ਥੋੜੀ ਫਰੀडम ਦੇਣੀ ਚਾਹੀਦੀ ਤੇ ਥੋੜਾ ਟਾਈਮ ਦੇਣਾ ਚਾਹੀਦਾ। ਥੈਂਕ ਯੂ। ਚੀਮਾ ਸਾਹਿਬ, ਵਕੀਲ ਸਾਹਿਬ, ਤੁਸੀਂ ਬਹੁਤ ਅੱਛੇ ਤਰੀਕੇ ਨਾਲ। ਸੁਦਰਸ਼ਨ ਕਪੂਰ ਜੀ, ਇੱਕ ਮਿੰਟ ਤੁਸੀਂ ਵੀ ਕਹਿ ਦਿਓ ਐਂਡ ਤੇ, ਫਿਰ ਇਹਨੂੰ ਕਲੋਜ਼ ਕਰਾਂਗੇ ਆਪਾਂ। ਪ੍ਰੋਫੈਸਰ ਕਪੂਰ ਜੀ। ਹਾਂਜੀ ਹਾਂ, ਇੱਕ ਮਿੰਟ ਤੁਸੀਂ। ਉਹ ਜੀ ਮਾਨ ਸਾਹਿਬ ਆਪਣੇ, ਮੈਂ ਤਾਂ ਪਹਿਲੇ ਵੀ ਕਿਹਾ ਕਿ ਵੀ ਮੈਨੂੰ ਤਾਂ ਬੜੇ ਅੱਛੇ ਬੰਦੇ ਲੱਗਦੇ ਨੇ ਇਹ। ਚਲੋ ਬਿਊਟੀਫੁਲ।
ਹਾਂਜੀ, ਤੇ ਮੈਨੂੰ ਉਹਨਾਂ ਦਾ ਵਿਸ਼ਵਾਸ ਵੀ ਇਹੀ ਹੈ ਕਿ ਵੀ he will be very successful if he keeps on doing what he is doing right now. बाकी ये है कि भाई he is going to Gujarat, Himachal Pradesh. Party is going to certainly take advantage of his success, showing him as a role model to impress the people. It is too bad that Congress did not use Captain Saab to take him to other places. Actually, that would have been a pretty nice, in my opinion. But Kejriwal is a very smart politician, very good diplomat. In my viewpoint, मेरे ख्याल ਦੇ ਵਿੱਚ कहना मान साहब अच्छा काम कर रहे हैं, उन्होंने वक्त की जरूरत है, ਤੇ we all wish him all the best. Okay, thank you ਜੀ। ਅਮਰੀਕ ਸਿੱਧੂ ਜੀ, ਅਸੀਂ ਕਲੋਜ਼, ਪਸ਼ੌਰਾ ਸਿੰਘ ਜੀ ਕਲੋਜ਼ ਕਰਨਗੇ। ਅਮਰੀਕ ਸਿੱਧੂ ਜੀ ਇੱਕ ਮਿੰਟ। ਹਾਂਜੀ ਹਾਂਜੀ, ਥੈਂਕ ਯੂ ਬਹੁਤ। ਦੇਖੋ ਜੀ, ਮੈਂ ਇਸ ਵਾਰੀ ਫॉर ਦ ਫਰਸਟ ਟਾਈਮ ਮੈਂ ਗੁਪਤਾ ਸਾਹਿਬ ਜੀ ਦੇ ਹਰ ਇੱਕ ਚੀਜ਼ ਨਾਲ ਐਗਰੀ ਕਰਦਾ। ਥੈਂਕ ਯੂ ਗੁਪਤਾ ਸਾਹਿਬ, ਯੂ ਸੈਡ ਯੂ ਡਿਡ ਅ ਵੈਰੀ ਗੁੱਡ ਜੌਬ। ਮੈਨੂੰ ਲੱਗਦਾ ਕਿ ਮਾਨ ਸਾਹਿਬ ਨੂੰ he has to work a little fast, ਪਰ you know ਬਹੁਤ ਕੁਝ ਹੋ ਚੁੱਕਿਆ ਹੈ, ਉਹਨੂੰ ਅਨਡੂ ਕਰਨ ਲਈ ਥੋੜਾ ਜਿਹਾ ਟਾਈਮ ਲੱਗਣਾ। ਤੇ ਔਰ ਦੂਸਰੀ ਚੀਜ਼ ਇਹ ਹੈ ਕਿ ਜੋ ਮਾਨ ਸਾਹਿਬ ਕਰ ਰਹੇ ਆ, ਜਿਹੜੀ ਉਹਨਾਂ ਨੇ ਅਪਾਇੰਟਮੈਂਟਸ 2 ਕੀਤੀਆਂ ਪੁਲਿਸ ਅਫਸਰਸ ਦੀਆਂ, ਉਹਨਾਂ ਨੇ ਬੜੇ ਕਲੀਅਰਲੀ ਸੋਚਿਆ ਹੋਣਾ। ਆਈ ਐਮ ਸ਼ੋਰ he thought about it hard and that's why he appointed them. Maybe those people were very experienced, but they were working in a different environment. ਇਸ ਕਰਕੇ ਉਹ ਇੰਨੇ ਕਾਮਯਾਬ ਨਹੀਂ ਸੀ ਰਹਿ ਸਕੇ। ਤੇ ਜਿੱਥੋਂ ਤੱਕ ਇਹ ਸੰਬੰਧ ਹੈ ਕਿ ਮਾਨ ਸਾਹਿਬ ਦੂਸਰੀਆਂ ਸਟੇਟਾਂ ਨੂੰ ਗਏ ਆ, ਉਹਦਾ ਪਰਸੋਨਾ ਜਿਹੜਾ ਹੈਗਾ ਉਹਦਾ ਬੈਨੀਫਿਟ ਲੈਣਾ ਹੈਗਾ ਕੇਜਰੀਵਾਲ ਨੇ, ਕਿਉਂਕਿ ਕੇਜਰੀਵਾਲ ਇਜ਼ ਰੀਅਲੀ ਫੀਲਿੰਗ ਔਨ ਟੌਪ ਆਫ ਦ ਵਰਲਡ, ਕਿਉਂਕਿ ਇੰਡੀਆ ਦੀ ਟੌਪ ਦੀ ਸਟੇਟ ਦੇ ਵਿੱਚ ਉਹਦੀ ਜਿੱਤ ਬੜੀ ਤਕੜੀ ਹੋਈ ਹੈ। And we've got to give them credit. They must have done something right to get there. ਤੇ ਜਿਹੜੀ ਤੁਸੀਂ ਕਹਿੰਦੇ, ਇੱਕ ਚੀਜ਼ ਮੇਰੇ ਮਨ ਵਿੱਚ ਹੋਰ ਵੀ ਆਈ ਆ, ਲੱਗਦਾ ਹੈਗਾ ਕਿ ਨਹੀਂ, ਇਟਸ ਜਸਟ ਮਾਈ ਥਾਟ, ਕਿ ਮੈਨੂੰ ਲੱਗਦਾ ਮੋਦੀ ਸਾਹਿਬ ਜੀ ਦੀ ਭਗਵੰਤ ਮਾਨ ਨੂੰ ਸਪੋਰਟ ਹੋਏਗੀ। ਭਗਵੰਤ ਮਾਨ ਉਹਦੇ ਕੋਲੋਂ ਜੇ ਕੁਝ ਲੈਣ ਗਿਆ ਤਾਂ ਉਹਨੂੰ ਮਿਲ ਜਾਏਗਾ। You may not agree with it, but I see it that way. ਤੇ ਨਾਲ ਹੀ ਕਮੈਂਟ ਦੇ ਦੇਣਾ ਹੈਗਾ ਚੌਪਰ ਜਿਹੜਾ ਉਹ ਲੈ ਕੇ ਗਏ ਆ। ਮੈਂ ਇਹਦੇ ਤੇ ਵੀ ਗੁਪਤਾ ਸਾਹਿਬ ਜੀ ਉਹਨਾਂ ਨਾਲ ਐਗਰੀ ਕਰਦਾ ਕਿ ਜੇ ਉਹ ਪਾਰਟੀ ਦੇ ਕੰਮ ਵਾਸਤੇ ਗਏ ਆ ਤੇ ਆਮ ਆਦਮੀ ਪਾਰਟੀ ਉਹਦਾ ਪੇ ਕਰੇਗੀ। ਜੇ ਗਵਰਨਮੈਂਟ ਬਿਜ਼ਨਸ ਤੇ ਗਏ ਆ ਤੇ ਫਿਰ ਗਵਰਨਮੈਂਟ ਟੈਕਸ ਪੇਅਰ ਉਹਨੂੰ ਕਰੇਗਾ। ਪਰ ਘੱਟੋ ਘੱਟ ਉਹ ਕਿਸੇ ਦੇ ਘਰ ਸਾਗ ਤਾਂ ਰੋਟੀਆਂ ਖਾਣ ਚੌਪਰ ਤੇ ਨਹੀਂ ਗਏ। Either went on a party business or government business. So we have to not criticize him on that. I think otherwise, I just wish him well that he's able to achieve what he set out to do. Thank you. Thank you ਜੀ। ਪਸ਼ੌਰਾ ਸਿੰਘ ਜੀ ਤੁਸੀਂ ਕਲੋਜ਼ ਕਰੋ ਜੀ ਆਪਦਾ ਟਾਈਮ ਨਾਲ ਜਿਸ ਤਰ੍ਹਾਂ ਕਰਨਾ। ਦੇਖੋ, ਇਸ਼ੂਜ਼ ਤਾਂ ਸਾਰੇ, ਜਿਸ ਤਰ੍ਹਾਂ ਸਾਰੇ ਪੈਨਲਿਸਟ ਨੇ ਆਖਿਆ ਤੇ ਖਾਸ ਤੌਰ ਤੇ ਪ੍ਰੋਫੈਸਰ ਸਾਹਿਬ ਨੇ ਤਾਂ ਬੜਾ ਡਿਟੇਲ ਦੇ ਵਿੱਚ ਉਹਨਾਂ ਦੱਸਿਆ, ਸਾਰੀ ਇੱਕ ਦੂਸਰੇ ਤੋਂ ਵੱਡੇ ਨੇ ਇਸ਼ੂ ਨੇ। ਐਜੂਕੇਸ਼ਨ ਦਾ ਲੈ ਲਓ, ਹੈਲਥ ਦਾ ਲੈ ਲਓ, ਰੈਵਨਿਊ ਦਾ ਲੈ ਲਓ, ਕਰਪਸ਼ਨ ਦਾ ਲੈ ਲਓ। ਪਰ ਜਿਹੜਾ ਉਹਨਾਂ ਨੇ ਬਿਲਕੁਲ ਹੀ ਡਿਸਮਿਸ ਕਰ ਦਿੱਤਾ ਨਾ, ਬਰਗਾੜੀ ਦਾ ਇਸ਼ੂ ਤੇ ਬੇਅਦਬੀ ਦਾ ਇਸ਼ੂ, ਕਿ ਉਹ ਇਮੋਸ਼ਨਲ ਕਹਿ ਕੇ ਉਹਨਾਂ ਡਿਸਮਿਸ ਕਰ ਦਿੱਤਾ। ਦੈਟ ਇਜ਼ ਦ ਮਦਰ ਆਫ ਆਲ ਇਸ਼ੂਜ਼। ਗੁਪਤਾ ਸਾਹਿਬ, ਇਹ ਮੈਂ ਤੁਹਾਨੂੰ ਦੱਸਣਾ, ਉੱਥੇ ਸਿਰਫ ਉਹ ਇਮੋਸ਼ਨਲ ਨਹੀਂ, ਉੱਥੇ ਕਤਲ ਹੋਏ ਨੇ 2, ਔਰ ਉੱਥੇ ਜਿਸ ਹਿਸਾਬ ਨਾਲ ਉਹ ਸਾਰਾ ਕੁਝ ਹੋਇਆ ਹੈ ਨਾ, ਉਹ ਦੈਟ ਇਜ਼ ਦ ਮਦਰ ਆਫ ਆਲ ਇਸ਼ੂਜ਼। ਪੰਜਾਬੀ ਸਾਰੇ ਇਸ਼ੂਜ਼ ਨੇ, ਬਾਕੀ ਜਿਹੜੇ ਉਹਨਾਂ ਨਾਲ ਗੁਜ਼ਾਰਾ ਕਰ ਸਕਦੇ ਆ, ਪਰ ਜੇ ਇਹਦਾ ਉਹਨਾਂ ਨੇ ਸੰਵਿਧਾਨ ਨਾ ਕੀਤਾ ਤੇ 2 ਸਰਕਾਰਾਂ ਇਸੇ ਕਰਕੇ ਜਿਹੜੀਆਂ ਉਹ ਲੱਭਦੀਆਂ ਨਹੀਂ ਅੱਜ। ਤੇ ਇਹ ਤੀਸਰੀ ਦਾ ਹਸ਼ਰ ਵੀ ਉਸੇ ਪਾਸੇ ਨੂੰ ਜਾਵੇਗਾ ਜੇ ਇਹਨਾਂ ਨੇ ਉਹਦੇ ਤੇ ਦਿੱਲੀ ਡੈਲੀ ਕੀਤਾ। ਜਿਹੜਾ ਲੋਕਾਂ ਨੂੰ ਸ਼ੱਕ ਆ ਕਿ ਜਿਹੜੇ 2 ਅਫਸਰ ਲਾਏ ਨੇ, ਇਹ ਉਹੋ ਹੀ 2 ਅਫਸਰ ਨੇ ਜਿਨ੍ਹਾਂ ਨੇ ਪਹਿਲੀ ਵਾਰ ਵੀ ਜਿਹੜੀ ਉਹਦੀ ਰਿਪੋਰਟ ਸੀ, ਜਿਹੜੀ ਬੜੀ ਐਗਜ਼ਾਸਟਿਵ ਰਿਪੋਰਟ ਉਹਨੇ ਬੜੀ ਮਿਹਨਤ ਨਾਲ ਬਣਾਈ, ਉਹਨੂੰ ਕਿਸੇ ਤਨ ਪਤਨ ਨਹੀਂ ਲੱਗਣ ਦਿੱਤਾ ਔਰ ਉਹਦੇ ਤੇ ਦਸਤਖਤ ਵੀ ਨਹੀਂ ਕੀਤੇ। ਹਾਲਾਂਕਿ ਹੈਡ ਹੋਣ ਦੇ ਨਾਤੇ ਉਹ ਮਤਲਬ ਉਹਨਾਂ ਦੇ ਨਾਲ ਬਹਿ ਕੇ ਉਹਨਾਂ ਨੂੰ ਰਿਪੋਰਟ ਨੂੰ ਜਿਹੜਾ ਉਹ ਰਿਸਪੈਕਟੇਬਲ ਤਰੀਕੇ ਨਾਲ ਉੱਥੇ ਸਬਮਿਟ ਕਰਨਾ ਚਾਹੀਦਾ ਸੀ। ਜਦੋਂ ਹੈਡ ਨੇ ਉਹਦੇ ਉੱਤੇ ਦਸਤਖਤ ਕਰਨ ਤੋਂ ਰਿਫਿਊਜ਼ ਕਰ ਦਿੱਤਾ ਉਹਨੇ, ਤੇ ਰਿਪੋਰਟ ਦੇ ਕੀ ਮਾਨੇ ਕੀ ਰਹਿ ਜਾਂਦੇ ਆ। ਤੇ ਫਿਰ ਉਹ ਸਾਰੀ ਸਿੱਟ ਦਾ ਫਾਇਦਾ ਕੀ ਹੋਇਆ ਜਿਹੜੀ ਸਾਲ ਚੱਲੀ ਤੇ ਜਿਹਦੇ ਉਹ ਹੈਡ ਸਨ, ਜਿਹਦੇ ਹੁਣ ਉਹ ਫੇਰ ਲਾ ਦਿੱਤੇ ਗਏ ਨੇ।
ਇੰਚਾਰਜ। ਇਸ ਕਰਕੇ ਲੋਕਾਂ ਦਾ ਸ਼ੱਕ ਜਿਹੜਾ ਆ ਉਹ ਹੋਣਾ ਜਿਹੜਾ ਉਹ ਇਟ ਇਜ਼ ਪ੍ਰੀਟੀ ਨੈਚੁਰਲ। ਸੋ ਟਾਈਮ ਵਿਲ ਟੈਲ। ਜਿਸ ਤਰ੍ਹਾਂ ਤੁਸੀਂ ਆਖਿਆ ਕਿ ਅਫਸਰ ਜਿਹੜੇ ਹੁੰਦੇ ਨੇ ਉਹ ਕਿਸੇ ਦੇ ਪਿਓ ਦੇ ਨਹੀਂ ਹੁੰਦੇ, ਉਹ ਸਰਕਾਰ ਦੇ ਹੁੰਦੇ ਨੇ। ਸਰਕਾਰ ਦੀ ਪਾਲਿਸੀ ਦੇ ਮੁਤਾਬਕ ਜਿਹੜਾ ਉਹਨਾਂ ਦੇ ਵੀ ਆਪਣੇ ਐਥਿਕ ਹੁੰਦੇ ਨੇ। ਹੋਪਫੁਲੀ ਜਦੋਂ ਆਪਾਂ ਬਾਰ-ਬਾਰ ਕਹਿ ਰਹੇ ਹਾਂ ਕਿ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ, ਤੇ ਉਹਨਾਂ ਨੂੰ ਵੀ ਟਾਈਮ ਦਿਓ, 3 ਮਹੀਨੇ ਦਿਓ, 6 ਮਹੀਨੇ ਦਿਓ। ਕਿਵੇਂ ਉਹ ਇਸ ਇਸ਼ੂ ਨੂੰ ਵੀ ਉਹ ਡੀਲ ਕਰਦੇ ਨੇ। if they come clean of it, ਤੇ ਲੋਕੀ probably they will appreciate that also, ਪਰ ਜੇ ਨਹੀਂ ਤੇ people are watching. So I repeat it, Professor Saab, ਕਿ ਜਿਹੜਾ ਤੁਸੀਂ ਕਹਿੰਦੇ ਜੇ ਨਾ it is emotional issue, it is not only emotional, it's a criminal issue। ਉੱਥੇ ਕਤਲ ਹੋਏ ਨੇ ਔਰ ਉਹਨਾਂ ਦੇ ਵਾਰਸ ਜਿਹੜੇ ਨੇ ਉੱਥੇ ਬੈਠੇ ਨੇ, ਉਹ ਇਨਸਾਫ ਦੀ ਗੁਹਾਰ ਲਾ ਰਹੇ ਨੇ। it's a law and order issue also। So and above all, it's the mother of all issues। Thank you, Ji. Peshawar Singh Ji, I think we should close now, but I will close with a few things। Gupta Saab, ਤੁਸੀਂ ਤੁਹਾਡੇ ਨਾਲ ਅਮਰੀਕ ਸਿੱਧੂ ਜੀ ਬੜੇ ਐਗਰੀ ਨੇ ਸਾਰੀ ਚੀਜ਼ ਦੇ ਵਿੱਚ, ਪਰ ਉਹਨਾਂ ਨੇ ਇੱਕ ਲਫ਼ਜ਼ ਹੋਰ ਕਿਹਾ ਅਮਰੀਕ ਕਿ ਫਾਸਟ ਕਰਨ ਦੀ ਲੋੜ ਆ। 92 ਸੀਟਾਂ ਇਸ ਕਰਕੇ ਮਿਲੀਆਂ ਨੇ ਕਿ ਉਹਨਾਂ ਨੇ ਬਾਦਲ ਸਾਹਿਬ ਨੂੰ ਤੇ ਕੈਪਟਨ ਨੂੰ ਜਾਂ ਕਾਂਗਰਸ ਨੂੰ ਨਹੀਂ ਵੋਟ ਦੇਣੀ ਸੀ। ਉਹਨਾਂ ਨੇ ਕਿਹਾ ਇਹਨੂੰ ਨਹੀਂ ਦੇਣੀ, ਚਾਹੇ ਕੋਈ ਵੀ ਹੋਵੇ, ਖੜਾ ਹੋ ਜਾਵੇ। ਇਸ ਕਰਕੇ ਇਹ ਵੈਰੀ ਲੱਕੀ ਹੈਗੇ ਆ। ਮੈਨੂੰ ਲੱਗਦਾ ਭਗਵੰਤ ਮਾਨ ਇਜ਼ ਆਲਸੋ ਰਿਪੀਟਿੰਗ ਅਗੇਨ ਐਂਡ ਅਗੇਨ ਕਿ ਸਾਨੂੰ ਲੋਕਾਂ ਨੇ 92 ਦਿੱਤਾ ਕਿ ਆਈ ਹੈਵ ਟੂ ਹਾਰਡ ਵਰਕ, ਹੀ ਇਜ਼ ਡੂਇੰਗ। ਬਾਕੀ ਸਭ ਤੋਂ ਵੱਡਾ ਤਾਂ ਕਿ ਉਹਨੇ ਜਿਹੜੀ ਪੈਨਸ਼ਨਾਂ ਖਤਮ ਕੀਤੀਆਂ, ਜਿਸ ਤਰ੍ਹਾਂ ਕਪੂਰ ਸਾਹਿਬ ਨੇ ਕਿਹਾ, ਵੀ ਵਿਲ ਗਿਵ them 3 months to 6 months, ਦਸੰਬਰ 31 ਤੱਕ ਉਹਨੂੰ ਦੇਖਣਾ ਪਏਗਾ। Thank you very much. I appreciate for everybody।